ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਖੰਨਾ ਜੀ, ਅੱਜ ਕਿਹੜੇ ਮਸਲੇ ਨੇ ਜਿਹੜੇ ਭਖ ਰਹੇ ਨੇ ਪੰਜਾਬ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ, ਇਹਨਾਂ ਦੀ ਨਜ਼ਰ ਕਰੀਏ ਆਪਣੇ ਦਰਸ਼ਕ। ਬਿਲਕੁਲ ਨਜ਼ਰ ਕਰਾਂਗੇ। ਇੱਕ ਨਾ ਸਾਡੇ ਕਹਾਵਤ ਹੈ, ਬਜ਼ੁਰਗ ਕਹਿੰਦੇ ਹੁੰਦੇ ਨੇ 100 ਚਾਚਾ ਤੇ ਇੱਕ ਪਿਓ, 100 ਦਾਰੂ ਤੇ ਇੱਕ ਘਿਓ। ਇਹ ਜਿਹੜਾ ਘਿਓ ਹੈ ਨਾ, ਬੜਾ ਖਾਲਿਸ ਹੁੰਦਾ ਹੈ। ਕਹਿੰਦੇ ਜੀ ਇੱਕ ਵਾਰੀ ਦਾਰਾ ਸਿੰਘ ਜੀ ਰੇਲ ਗੱਡੀ 'ਚ ਜਾ ਰਹੇ ਨੇ ਤੇ ਉਹਨਾਂ ਨੇ ਦੇਸੀ ਘਿਓ ਦਾ ਡੱਬਾ ਨਾਲ ਰੱਖਿਆ ਹੋਇਆ, ਪੀਪਾ ਕੋਈ ਥਾਂ ਲੱਭੀ ਨਹੀਂ ਤੇ ਉਹਨਾਂ ਨੇ ਉਹ ਚੇਨ ਨਾਲ ਬੰਨ੍ਹ ਦਿੱਤਾ, ਜਿਹੜੀ ਚੇਨ ਖਿੱਚੀ ਦੀ ਆਪਾਂ। ਉਹ ਡੱਬਾ ਲਟਕਦਾ ਗਿਆ, ਹੁਚਕਾ ਪਿਆ ਤੇ ਚੇਨ ਖਿੱਚੀ ਗਈ, ਗੱਡੀ ਰੁਕ ਗਈ। ਤੇ ਆਇਆ ਟੀਟੀ, ਕਹਿੰਦਾ ਇਹ ਡੱਬਾ ਕਿਹਦਾ? ਦਾਰਾ ਸਿੰਘ ਜੀ ਕਹਿੰਦੇ ਮੇਰਾ। ਕਹਿੰਦੇ ਇਹਨੇ ਗੱਡੀ ਰੋਕਦੀ? ਕਹਿੰਦੇ ਦੇਸੀ ਘਿਓ ਹੈ ਪੰਜਾਬ ਦਾ, ਗੱਡੀ ਨਹੀਂ ਰੋਕੂਗਾ ਤੇ ਹੋਰ ਕੀ ਕਰੂਗਾ? ਕਹਿੰਦਾ ਜੀ ਮੈਂ ਖਾਧਾ ਨਹੀਂਗਾ, ਅਜੇ ਤਾਂ ਡੱਬੇ 'ਚ ਬੰਦ ਆ, ਤਦ ਵੀ ਗੱਡੀਆਂ ਰੋਕ ਦਿੱਤੀਆਂ ਨੇ। ਵਾਕਈ ਇਹਦਾ ਨਾਂ ਹੈ ਪੰਜਾਬ ਦੇ ਪੰਜਾਬ ਦਾ ਦੇਸੀ ਘਿਓ। ਲੋਕ ਕਹਿੰਦੇ ਨੇ ਕਿ ਇਹਦੇ ਨਾਲ ਬੜੇ ਤਕੜੇ ਹੁੰਦੇ ਆ, ਤੰਦਰੁਸਤ ਹੁੰਦੇ ਆ ਔਰ ਭਲਵਾਨ ਬਣਦੇ ਆ। ਬਿਲਕੁਲ, ਸਭ ਦਾ ਪਿਓ ਪੰਜਾਬ ਦਾ ਦੇਸੀ ਘਿਓ ਮੰਨਿਆ ਜਾਂਦਾ ਹੈ। ਸੋ ਮੋਦੀ ਸਾਹਿਬ ਪੰਜਾਬ ਦਾ ਦੇਸੀ ਘਿਓ ਲੈ ਕੇ ਗਏ ਨੇ ਬਾਈਡਨ ਸਾਹਿਬ ਵਾਸਤੇ। ਕਹਿੰਦੇ ਨੇ ਹੁਣ ਗੱਡੀਆਂ ਰੋਕਣੀਆਂ ਨੇ ਆਪਾਂ। ਵਾਹ। ਸੋ ਦੇਸੀ ਘਿਓ ਇਹਨਾਂ ਨੇ ਭਗਵੰਤ ਮਾਨ ਨੂੰ ਪੁੱਛ ਕੇ ਲੈ ਕੇ ਗਏ ਪੰਜਾਬ ਦਾ ਘਿਓ। ਆਪ ਤਾਂ ਬਿਜਲੀ ਨਹੀਂ ਦੇ ਰਹੇ, ਕਈ ਚੀਜ਼ਾਂ ਨਹੀਂ ਦੇ ਰਹੇ। ਸੋ ਪੰਜਾਬ ਦਾ ਘਿਓ ਲੈ ਕੇ ਗਏ ਨੇ, ਉੱਤਰਾਖੰਡ ਦੇ ਚੌਲ ਲੈ ਕੇ ਗਏ ਨੇ, ਤਾਂ 10 ਡੱਬੇ ਲੈ ਕੇ ਗਏ ਨੇ ਵਿਜ਼ਡਮ ਦੇ। ਕਹਿੰਦੇ ਇੰਡੀਅਨ ਵਿਜ਼ਡਮ, ਏਸ਼ੀਅਨ ਵਿਜ਼ਡਮ ਜਿਹੜੀ ਹੈ ਨਾ, ਉਹ ਸਾਰੀ ਦੁਨੀਆ 'ਚ ਬੜੀ ਮਸ਼ਹੂਰ ਹੈ। ਮਤਲਬ ਸਿਆਣਪ ਦੇ 10 ਡੱਬੇ, ਜਿਨ੍ਹਾਂ ਵਿੱਚ ਉੱਤਰਾਖੰਡ ਦੇ ਚੌਲ ਵੀ ਨੇ ਤੇ ਪੰਜਾਬ ਦਾ ਦੇਸੀ ਘਿਓ ਵੀ ਹੈ। ਸੋ ਬਾਈਡਨ ਸਾਹਿਬ ਬੜੇ ਖੁਸ਼ ਹੋਣਗੇ, ਕਹਿਣਗੇ ਵੀ ਘਿਓ ਦਾ ਤੜਕਾ ਲਾ ਕੇ ਚੌਲ ਖਾਇਆ ਕਰਾਂਗੇ, ਮਜ਼ਾ ਆ ਜਾਊਗਾ। ਵੈਸੇ ਡਾਇਮੰਡ ਵੀ ਦਿੱਤਾ, ਮਿਸਟਰ ਬਾਈਡਨ ਨੂੰ ਦਿੱਤਾ ਉਹਨਾਂ ਨੇ। ਜਿਹੜੀ ਉਹਨਾਂ ਦੀ ਪਤਨੀ ਆ, ਉਹਨਾਂ ਨੂੰ 6.5 ਕੈਰਟ ਦਾ ਇੱਕ ਡਾਇਮੰਡ ਹੀਰਾ ਦਿੱਤਾ ਇਹਨਾਂ ਨੇ। ਉਹਦੇ ਲਈ ਵੀ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਦਾਵਤ ਦਿੱਤੀ ਸੀ, ਉਹਨਾਂ ਨੂੰ ਡਿਨਰ ਕਰਾਇਆ ਸੀ ਉਹਨਾਂ ਨੇ, ਔਰ ਉਹਨਾਂ ਨੂੰ ਇਨਵੀਟੇਸ਼ਨ ਇਹਨਾਂ ਨੇ ਭੇਜਿਆ, ਮਿਸਿਸ ਬਾਈਡਨ ਨੇ ਚਲਾਇਆ ਉੱਥੇ ਬੁਲਾਵਾ। ਬਹੁਤ ਵਧੀਆ, ਮੁਬਾਰਕ ਹੈ ਜੀ ਫਿਰ ਤੇ। ਜੀ ਹਾਂ। ਸੋ ਬਾਈਡਨ ਸਾਹਿਬ ਤੋਹਫੇ ਲੈ ਕੇ ਬੜੇ ਖੁਸ਼ ਨੇ, ਫਸਟ ਲੇਡੀ ਵੀ ਬੜੇ ਖੁਸ਼ ਨੇ। ਸੋ ਕੀ ਮਾਹੌਲ ਬਣਦਾ ਪਿਆ, ਜ਼ਰਾ ਸਾਂਝਾ ਕਰੋ ਸਾਡੇ ਨਾਲ। ਜਿਹੜੇ 10 ਦਾਨਮਾਨ ਨੇ, ਇਹਦੇ ਵਿੱਚ ਵਿਜ਼ਡਮ ਜਿਹੜੀ ਉਹਦੇ ਨਾਲ ਜੋੜਿਆ ਜਾਂਦਾ, ਕਿਉਂਕਿ ਉਹਦੇ ਵਿੱਚ 10 ਡੱਬੀਆਂ ਹੈਗੀਆਂ ਚਾਂਦੀ ਦੀ। ਉਹਦੇ ਵਿੱਚ ਸਾਰੀਆਂ ਚੀਜ਼ਾਂ ਵਾਰ-ਵਾਰ ਪਾਈਆਂ। ਇਹਦੇ ਵਿੱਚ ਘਿਓ ਵੀ ਪਾ ਕੇ ਦਿੱਤਾ, ਜਿਹੜਾ ਪੰਜਾਬ ਦਾ ਘਿਓ ਹੈਗਾ, ਔਰ ਉਹਦੇ 'ਚ ਜਿਹੜਾ ਉੱਤਰਾਖੰਡ ਦੀਆਂ ਕੁਝ ਚੀਜ਼ਾਂ ਨੇ ਉੱਧਰੋਂ ਪਾ ਕੇ ਦਿੱਤੀਆਂ। ਹਰ ਸਟੇਟ ਦਾ ਜੋ ਕੁਝ ਪ੍ਰੋਮੀਨੈਂਟ ਚੀਜ਼ ਹੈ ਜਿਹੜੀ ਉੱਥੇ ਚੰਗੀ ਗਿਣੀ ਜਾਂਦੀ, ਉਹ ਪਾਈਆਂ ਨੇ। ਜੈਪੁਰ ਦਾ ਜਿਹੜੇ ਬਕਸੇ, ਜੈਪੁਰ ਦੇ ਇੱਕ ਬਣਾਉਣ ਵਾਲੇ ਜਿਹੜੇ ਸ਼ਿਲਪਕਾਰ ਨੇ, ਉਹਨਾਂ ਨੇ ਬਣਾਏ ਆ, ਉਹਨਾਂ ਦੇ ਉੱਤੇ ਮੂਰਤੀਆਂ ਬਣਾਈਆਂ। ਇੱਕ 'ਚ ਗਣੇਸ਼ ਹੈ, ਦੀਵਾ ਵਾ, ਔਰ ਦੇਖੋ ਕੀ ਕੁਛ ਹੈਗਾ। ਜੋ ਹਿੰਦੁਸਤਾਨ ਦੀ ਪ੍ਰਤਿਭਾ ਹੈ, ਜੋ ਹਿੰਦੁਸਤਾਨ ਦੀ ਪਰੰਪਰਾ ਹੈ, ਜੋ ਹਿੰਦੁਸਤਾਨ ਵਿੱਚ ਸਾਡੇ ਬਜ਼ੁਰਗ, ਸਾਡੇ ਪੁਰਖੇ ਚਲਾਉਂਦੇ ਰਹੇ ਆ, ਉਹਨਾਂ ਰੀਤੀ ਰਿਵਾਜਾਂ ਨੂੰ ਉੱਥੇ ਇਹਨਾਂ ਨੇ ਹਾਈਲਾਈਟ ਕੀਤਾ। ਅੱਛੀ ਗੱਲ ਹੈ ਕਿ ਸਾਡਾ ਇਤਿਹਾਸ, ਸਾਡਾ ਸਿਵਲਾਈਜੇਸ਼ਨ, ਸਾਡਾ ਸੱਭਿਆਚਾਰ ਇਸ ਤਰ੍ਹਾਂ ਦਾ ਹੈਗਾ, ਉਹ ਉਹਨਾਂ ਨਾਲ ਸਾਂਝਾ ਕੀਤਾ ਬਾਈਡਨ ਸਾਹਿਬ ਨਾਲ। ਔਰ ਬਾਈਡਨ ਸਾਹਿਬ ਨੇ ਵੀ ਉਹਨਾਂ ਨੂੰ ਬੜਾ ਸਤਿਕਾਰ ਔਰ ਪਿਆਰ ਦਿੱਤਾ, ਔਰ ਜਿੱਥੇ ਵੀ ਲੈ ਕੇ ਗਏ ਉੱਥੇ ਉਦਘਾਟਨ ਕਰਵਾਇਆ, ਸੰਬੋਧਨ ਕਰਵਾਇਆ, ਔਰ ਹਰ ਜਗ੍ਹਾ 'ਤੇ ਜਾ ਕੇ ਉਹਨਾਂ ਨਾਲ ਦੁਵੱਲੇ ਸੰਬੰਧਾਂ ਦੀਆਂ ਗੱਲਾਂ ਕੀਤੀਆਂ। ਕਈ ਜਗ੍ਹਾ ਜਾ ਕੇ ਉਹਨਾਂ ਨੇ ਜਿਹੜੀ ਸਾਡੀ ਮਾਡਰਨ ਟੈਕਨੋਲੋਜੀ ਉਹਦੀਆਂ ਗੱਲਾਂ ਕੀਤੀਆਂ, ਸੁਰੱਖਿਆ ਦੀਆਂ ਗੱਲਾਂ ਕੀਤੀਆਂ, ਚਾਈਨਾ ਦੀ ਜਿਹੜੀ ਉੱਭਰਦੀ ਤਾਕਤ ਆ ਉਹਦੇ 'ਤੇ ਗੱਲ ਕੀਤੀ, ਤਾਇਵਾਨ 'ਤੇ ਹੋਏ ਹਮਲਿਆਂ ਦੀ ਜਾਂ ਹੋਣ ਵਾਲੇ ਹਮਲੇ ਦੀ ਗੱਲ ਕੀਤੀ ਆ। ਸਿਆਸਤ ਵੀ ਉੱਥੇ ਘੋਟੀ ਗਈ ਆ, ਔਰ ਉੱਥੇ ਕਲਚਰ ਦੀ ਗੱਲ ਹੀ ਹੋਈ ਆ, ਸੱਭਿਆਚਾਰ ਦੀ ਗੱਲ ਵੀ ਹੋਈ ਆ। ਵੈਸੇ ਕੋਈ ਨੁੱਕਰ ਮੋਦੀ ਸਾਹਿਬ ਨੇ ਛੱਡੀ ਨਹੀਂ, ਸਾਰੀਆਂ ਫਰੋਲ ਦਿੱਤੀਆਂ। ਇਹਦੇ 'ਚ ਗੱਲ ਇਹ ਹੁੰਦੀ ਕਿ ਜਦੋਂ ਆਪਾਂ ਸੱਭਿਆਚਾਰ ਲੈ ਕੇ ਜਾਂਦੇ ਆ ਨਾ, ਭਾਵੇਂ ਖਾਣੇ ਦੇ ਰੂਪ ਦੇ ਵਿੱਚ, ਤੋਹਫੇ ਦੇ ਰੂਪ ਦੇ ਵਿੱਚ, ਪੋਸ਼ਾਕ ਦੇ ਰੂਪ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਸੱਭਿਆਚਾਰ ਲੈ ਕੇ ਜਾਈਦਾ, ਜਦੋਂ ਉਹ ਕੂਟਨੀਤੀ ਦਾ ਹਿੱਸਾ ਹੁੰਦਾ। ਸਹੀ ਗੱਲ। ਉਹਨੂੰ ਕਹਿੰਦੇ ਨੇ ਸੌਫਟ ਪਾਵਰ। ਸੌਫਟ ਪਾਵਰ ਦਾ ਇਸਤੇਮਾਲ ਅਸੀਂ ਕਰਦੇ ਹਾਂ ਤਾਂ ਕਿ ਹਾਰਡ ਪਾਵਰ ਜਿਹੜੀ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ, ਕਿਉਂਕਿ ਸੰਵੇਦਨਸ਼ੀਲ ਮਨ ਨੂੰ ਛੂਹਨੇ ਆ, ਅਸੀਂ ਪਿਆਰ ਮੁਹੱਬਤ ਦੀ ਗੱਲ ਕਰਦੇ ਹਾਂ। ਸੋ ਹਰ ਪਾਸੇ ਇਸ ਚੀਜ਼ ਦੀ ਲੋੜ ਵੀ ਹੈ, ਔਰ ਰਸ਼ੀਆ ਯੂਕਰੇਨ ਯੁੱਧ ਦੇ ਵਿੱਚ ਵੀ ਇਹਦੀ ਲੋੜ ਹੈ, ਔਰ ਬਾਕੀ ਜਿਹੜੇ ਦੁਵੱਲੇ ਸੰਬੰਧਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਜੋ ਦੋਨੋਂ ਹਾਊਸਿਸ ਦੇ ਕਾਮਨ ਹਾਊਸ ਹੈ, ਬੋਥ ਕਾਂਗਰਸ, ਉਹਨਾਂ ਨੂੰ ਐਡਰੈਸ ਕਰ ਰਹੇ ਨੇ ਮੋਦੀ ਸਾਹਿਬ। ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਜਿਹੜੇ ਦੋਨਾਂ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਿਤ ਕਰਨਗੇ। ਉਹਦੇ ਵਿੱਚ ਆਫ ਕੋਰਸ ਟੈਕਨੋਲੋਜੀ ਦੀ ਗੱਲ ਹੋਣੀ ਹੈ, ਬੈਂਕਿੰਗ ਸਿਸਟਮ ਦੀ ਗੱਲ ਹੋਣੀ ਹੈ, ਡਿਜੀਟਲ ਇਕੋਨਮੀ ਦੀ ਗੱਲ ਹੋਣੀ ਹੈ, ਵਾਰਫੇਅਰਸ ਦੀ ਗੱਲ ਹੋਣੀ ਹੈ, ਹਿਊਮਨ ਵੈਲਫੇਅਰ ਦੀ ਗੱਲ ਹੋਣੀ ਹੈ, ਐਨਵਾਇਰਨਮੈਂਟ ਦੀ ਗੱਲ ਹੋਣੀ ਹੈ। ਉਹ ਸਾਰੇ ਭਖਦੇ ਮੁੱਦੇ ਜਿਹਦੇ ਉੱਤੇ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸ਼ੁਰੂ ਤੋਂ ਹੀ
ਅਮਰੀਕਾ ਤੇ ਭਾਰਤ ਦੇ ਜਿਹੜੇ ਸੰਬੰਧ ਨੇ ਬਹੁਤ ਪੁਰਾਤਨ ਜਾਰਜ ਬੁਸ਼ ਵੇਲੇ ਤੋਂ ਇਹ 20 ਸਾਲ ਪਹਿਲਾਂ ਤੋਂ ਡਿਵੈਲਪ ਕਰਨੇ ਸ਼ੁਰੂ ਕੀਤੇ ਸੀ ਜਾਰਜ ਬੁਸ਼ ਸਾਹਿਬ ਨੇ। ਅੱਜ ਕੱਲ ਵੀ ਔਰ ਅੱਜ ਤੱਕ ਵੀ ਉਹ ਸਾਰੇ ਪੋਜ਼ਿਟਿਵ ਵੇ ਦੇ ਨਾਲ ਅੱਗੇ ਡਿਵੈਲਪ ਕੀਤੇ ਜਾ ਰਹੇ ਨੇ। ਹੋਪਫੁਲੀ ਵਧੀਆ ਰਿਜ਼ਲਟ ਆਉਣਗੇ ਔਰ ਸ਼ਾਇਦ ਇਹ ਵੀ ਗੱਲ ਕਰਨ ਬਾਈਡਨ ਸਾਹਿਬ ਨਾਲ ਕਿ ਅਗਲੇ ਸਾਲ ਤੁਹਾਡੀਆਂ ਵੀ ਇਲੈਕਸ਼ਨਸ ਨੇ, ਸਾਡੀਆਂ ਵੀ ਇਲੈਕਸ਼ਨਸ ਨੇ। ਇਹ ਤਾਂ ਆਫਟਰ ਆਲ ਹੋਣੀ ਆ। ਦੂਜਾ ਇਹ ਹੈਗਾ ਕਿ ਜਿਹੜੀ ਮੋਦੀ ਸਾਹਿਬ ਦੀ ਫ੍ਰੀਕੁਐਂਟ ਵਿਜ਼ਿਟ ਹੈ ਅਮਰੀਕਾ ਦੀ, ਇਹ 7ਵਾਂ ਚੱਕਰ ਉਹਨਾਂ ਦਾ ਦੌਰਾ 2014 ਤੋਂ ਬਾਅਦ। ਹਾਂ, ਜਦੋਂ ਤੋਂ ਆਇਆ ਔਰ ਬਾਕਾਇਦਾ ਤੌਰ ਤੇ ਇਹਨਾਂ ਨੂੰ ਤਰਜੀਹ ਦਿੱਤੀ ਇਹਨਾਂ ਨੇ ਅਮਰੀਕਾ ਜਾਣ ਦੀ। ਔਰ ਜਦੋਂ ਐਤਕੀ ਤਾਂ ਇਨਵੀਟੇਸ਼ਨ ਆਇਆ, ਕਈ ਵਾਰੀ ਇਹ ਆਪ ਵੀ ਬਣਾਉਂਦੇ ਰਹੇ ਜਾਣ ਲਈ। ਔਰ ਟਰੰਪ ਸਾਹਿਬ ਦੇ ਵੇਲੇ ਤੇ ਇਹਨਾਂ ਨੇ ਬਹੁਤ ਹੀ ਉੱਥੇ ਫੇਰੀਆਂ ਮਾਰੀਆਂ ਔਰ ਉਹਨਾਂ ਨਾਲ ਵੀ ਇਹਨਾਂ ਦੀ ਬੜੀ ਨੇੜਤਾ ਸੀ। ਔਰ ਉਸ ਤੋਂ ਬਾਅਦ ਜਿਹੜੀ ਇਸ ਵੇਲੇ ਬਾਈਡਨ ਸਾਹਿਬ ਨਾਲ ਨੇੜਤਾ ਬਣ ਗਈ ਹੈ, ਇਹ ਹੋਰ ਜਿਹੜੀ ਵਿਸ਼ਵ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਵੀ ਬਣ ਗਈ ਹੈ। ਔਰ ਉਹਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਇਹਨਾਂ ਨੇ ਗੱਲਾਂ ਕੀਤੀਆਂ, ਇਹਨਾਂ ਨੇ ਕਿਹਾ ਕਿ ਬਾਈਡਨ ਸਾਹਿਬ ਨੇ ਵੀ ਕਿਹਾ ਕਿ ਇਹ ਦੂਸਰੇ ਪਾਸੇ ਜਿਹੜੀ ਰਸ਼ੀਆ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਯੂਕਰੇਨ ਦੀ ਲੜਾਈ ਦਾ ਵੀ ਹੈਗਾ, ਉਹਦੇ ਵਿੱਚ ਇਹਨਾਂ ਨੇ ਚੁੱਪ ਧਾਰੀ ਸੀ ਇੰਡੀਆ ਨੇ। ਔਰ ਇਹਨਾਂ ਨੇ ਚੁੱਪ ਤੋੜਨ ਲਈ ਵੀ ਉਹਨਾਂ ਨੇ ਕਿਹਾ ਹੈਗਾ ਕਿ ਜੇ ਇਹ ਲੜਾਈ ਬੰਦ ਕਰਾਉਣੀ ਹੈ ਤੇ ਇੰਡੀਆ ਹੀ ਇਹਦੇ ਵਿੱਚ ਬਿਲਕੁਲ ਹਾਮੀ ਭਰੂਗਾ ਤਾਂ ਇਹ ਹੋ ਸਕਦਾ ਹੈ। ਬੇਸਿਕਲੀ ਜਿਹੜਾ ਹੈਗਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਬੰਦ ਕਰਾਉਣ ਵਾਲਾ ਯੂਰਪੀਅਨ ਕੰਟਰੀ ਔਰ ਬਾਈਡਨ ਅਮਰੀਕਾ ਹੈਗਾ। ਔਰ ਤੀਜਾ ਜੇ ਵਾਰ ਰਲ ਗਿਆ ਭਾਰਤ, ਇਹਦੇ ਨਾਲ ਬੜੀ ਵੱਡੀ ਗੱਲ ਹੋ ਜਾਣੀ ਹੈ। ਚਾਈਨਾ ਦੀ ਉੱਥੇ ਕੋਈ ਵੱਟੀ ਦੀ ਨਹੀਂ, ਇੰਡੀਆ ਦੀ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਨੇ ਗੱਲ ਕੀਤੀ ਤੇ ਹੋ ਸਕਦਾ ਇੱਥੇ ਅਮਨ ਅਮਾਨ ਤੇ ਸ਼ਾਂਤੀ ਤੇ ਚਿੱਟਾ ਝੰਡਾ ਚੜ੍ਹ ਜੇ ਤੇ ਬੰਬਾਰਮੈਂਟ ਬੰਦ ਹੋ ਜੇ। ਇਹ ਵੀ ਬੜਾ ਵੱਡਾ ਇਹ ਕ੍ਰੈਡਿਟ ਗੋਜ਼ ਟੂ ਮੋਦੀ ਸਾਹਿਬ ਜੇ ਇਹ ਗੱਲ ਹੋ ਗਈ ਤਾਂ, ਕਿਉਂਕਿ ਇਸ ਵੇਲੇ ਜਦੋਂ ਗਏ ਨੇ ਉੱਥੇ ਇਹਨਾਂ ਨੇ ਇਹ ਗੱਲ ਕੀਤਾ ਕਿ ਔਰ ਸਾਰੇ ਦੇਸ਼ਾਂ ਦੇ ਪੋਤਲੇ ਫੋਲ ਦਿੱਤੇ ਆ ਕਿ ਆਹ ਦੇਸ਼ ਆਹ ਕਰ ਰਿਹਾ, ਆਹ ਦੇਸ਼ ਆਹ ਕਰ ਰਿਹਾ। ਮੋਦੀ ਸਾਹਿਬ ਇਜ਼ ਅ ਗੁੱਡ ਓਰੇਟਰ, ਬੜੇ ਵਧੀਆ ਸਪੀਕਰ ਆ, ਬੋਲ ਅੱਛਾ ਲੈਂਦੇ ਆ। ਲੈਂਗੁਏਜ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਅੰਗਰੇਜ਼ੀ ਤੇ ਇਹਨਾਂ ਦੀ ਮਹਾਰਤ ਨਹੀਂ ਇੰਨੀ ਹੈਗੀ। ਡਾਕਟਰ ਮਨਮੋਹਨ ਸਿੰਘ ਜ਼ਿਆਦਾ ਇੰਗਲਿਸ਼ ਬੋਲ ਲੈਂਦੇ ਸੀ। ਵਰਲਡ ਬੈਂਕ ਤੋਂ ਸੀਗੇ। ਹਾਂ, ਉਹ ਵਰਲਡ ਬੈਂਕ ਤੋਂ ਸੀ ਔਰ ਬੋਲ ਵਧੀਆ ਲੈਂਦੇ ਸੀ, ਪਰ ਉਹ ਇੰਨੇ ਅੱਛੇ ਬੁਲਾਰੇ ਨਹੀਂ ਸੀਗੇ। ਬੋਲ ਲੈਂਦੇ ਆ ਪਰ ਇਹਨਾਂ ਐਕਸਪ੍ਰੈਸ਼ਨ 'ਚ ਥੋੜੀ ਜਿਹੀ ਉਹਨਾਂ ਨੂੰ ਹੈਜੀਟੇਸ਼ਨ ਉਹ ਐਕਚੁਅਲੀ ਫੈਕਟਸ ਦੇ ਉੱਤੇ ਗੱਲ ਕਰਦੇ ਨੇ ਨਾ, ਬੇਸਿਕਲੀ ਇਕਨੋਮਿਸਟ ਨੇ, ਇਕਨੋਮਿਕ ਤੇ ਸਟੈਟਿਸਟਿਕਸ ਦੇ ਉੱਤੇ ਗੱਲ ਕਰਨਗੇ। ਪਰ ਇਹਨਾਂ ਕੋਲ ਰਾਜਨੀਤੀ ਵੀ, ਇਹਨਾਂ ਨੂੰ ਪੋਲਿਟਿਕਸ ਵੀ ਹੈ ਤੇ ਸੋਵਰਨਟੀ ਵੀ ਹੈ, ਇਹਨਾਂ ਕੋਲ ਸੁਰੱਖਿਆ ਵੀ ਹੈ, ਇਹਨਾਂ ਕੋਲ ਹਰ ਚੀਜ਼ ਹੈਗੀ ਆ। ਤਦੇ ਕਰਕੇ ਦੂਜੀ ਟਰਮ 'ਚ ਆ ਗਿਆ। ਕੈਪੇਬਿਲਿਟੀ ਤਾਂ ਹੈ ਇਹਨਾਂ ਕੋਲ, ਯੋਗਤਾ ਤਾਂ ਹੈ, ਐਲੀਜੀਬਿਲਿਟੀ ਤਾਂ ਹੈ ਇਹਨਾਂ ਕੋਲ। ਤਾਦੀ ਨੇ ਤੇ ਇੱਕ ਵਾਰੀ ਤੇ ਪਿੰਡ ਦਾ ਸਰਪੰਚ ਬਣਦਾ, ਦੂਜੀ ਵਾਰੀ ਬਣ ਨਹੀਂ ਦਿੰਦੇ। ਨੰਬਰਦਾਰ ਜਿਹੜਾ ਹੈਗਾ ਉਹਨੂੰ ਤੀਜੀ ਵਾਰੀ ਨਹੀਂ ਬਣ ਦਿੰਦੇ। ਕਿਸੇ ਔਰਤ ਨੇ ਕਿਹਾ ਸੀਗਾ, ਮੁੰਡਾ ਉਹਨੂੰ ਪੁੱਛਦਾ ਹੁੰਦਾ, ਮਾਤਾ ਜਿਹੜਾ ਬਖਸ਼ੀਸ਼ ਸਿੰਘ ਆ ਇਹ ਇਸ ਵੇਲੇ ਨੰਬਰਦਾਰ ਆ ਤੇ ਜੇ ਮਰ ਗਿਆ ਤਾਂ ਮੁੜ ਕੇ ਕੌਣ ਬਣੂ? ਆਂਦੀ ਘਸੀਟਾ ਸਿੰਘ। ਆਂਦਾ ਜਦੋਂ ਇਹ ਮਰ ਗਿਆ ਤੇ ਕਹਿੰਦੀ ਗੱਜਣ ਸਿੰਘ। ਕਹਿੰਦਾ ਜਦੋਂ ਉਹ ਮਰ ਗਿਆ ਆਂਦੀ ਚੈਂਚਲ ਸਿੰਘ। ਕਹਿੰਦਾ ਆਂਦੀ ਪੁੱਤ ਤੂੰ ਚੁੱਪ ਕਰ ਜਾ, ਭਾਵੇਂ ਸਾਰਾ ਪਿੰਡ ਮਰ ਜੇ, ਤੇਰੀ ਵਾਰੀ ਨਹੀਂ ਆਉਣੀ, ਤੂੰ ਨਹੀਂ ਕੁਝ ਵੀ ਬਣਨਾ। ਇਹ ਗੱਲ ਹੈਗੀ ਆ। ਇਹ ਜੇ ਬਣਦੇ ਆ ਤੇ ਬੀਜੇਪੀ ਦੇ ਨੇਤਾ ਹੀ ਬਣਨਗੇ। ਜੇ ਅੱਜ ਵੀ ਇਹਨਾਂ ਦੀ ਇਲੈਕਸ਼ਨ ਜਦੋਂ ਹੋ ਰਹੀ ਹੈ, ਇਲੈਕਸ਼ਨ ਦੀ ਗੱਲਬਾਤ ਉੱਥੇ ਹੋਈ ਹੈ ਅਮਰੀਕਾ 'ਚ 2024 'ਚ, ਉੱਥੇ ਵੀ ਆ ਰਹੀ ਹੈ, ਇੱਥੇ ਵੀ ਆ ਰਹੀ ਹੈ। ਇਹਦੀ ਹਮਾਇਤ ਲਈ ਵੀ ਗਏ ਨੇ ਮੋਦੀ ਸਾਹਿਬ, ਕਿਉਂਕਿ ਏਸ਼ੀਅਨ ਕੰਟਰੀ ਦੇ ਜਿੰਨੇ ਲੋਕ ਬੈਠੇ ਨੇ ਉਹਨਾਂ ਨੂੰ ਸੰਬੋਧਨ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਪ੍ਰਸ਼ਾਂਤ ਮਹਾਸਾਗਰ ਦੇ ਲੋਕ ਬੈਠੇ ਨੇ, ਹਿੰਦੀ 'ਚ ਵੀ ਗੱਲ ਕੀਤੀ ਉਹਨਾਂ ਨਾਲ, ਇੰਗਲਿਸ਼ 'ਚ ਵੀ ਮਾੜੀ ਮੋਟੀ ਕੀਤੀ ਇਹਨਾਂ ਨੇ, ਬਿਲਕੁਲ, ਕਿਉਂਕਿ ਇਹਨਾਂ ਦੇ ਵਾਰਤਾਕਾਰ ਨਾਲ ਬੈਠੇ ਹੁੰਦੇ ਆ, ਟ੍ਰਾਂਸਲੇਸ਼ਨ ਨਾਲ ਕਰੀ ਜਾਂਦੇ। ਕੁਆਟ ਦੇ ਦੇਸ਼ ਉਹ ਇਕੱਠੇ ਹੋ ਕੇ ਜਿਹੜੇ ਇੰਡੋ ਪੈਸੀਫਿਕ ਓਸ਼ੀਅਨ ਤੇ ਖਾੜੀ ਦੇਸ਼ਾਂ ਦੇ ਲੋਕਾਂ ਨੂੰ ਇਕੱਠਾ ਲਿਆਉਣਾ ਚਾਹੁੰਦੇ ਨੇ, ਉਹਦੇ ਉੱਤੇ ਗੱਲਬਾਤ ਹੋ ਰਹੀ ਹੈ। ਔਰ ਖਾਸ ਕਰਕੇ ਜਿਹੜੇ ਬਾਰਡਰ ਦੇ ਇਸ਼ੂ ਨੇ ਨਾ ਚੀਨ ਨਾਲ, ਸਾਡੇ ਅਰੁਣਾਚਲ ਪ੍ਰਦੇਸ਼, ਉਹਦੇ ਬਾਰੇ ਵੀ ਗੱਲਬਾਤ ਹੋਣੀ ਹੈ। ਔਰ ਤਾਈਵਾਨ ਦੀ ਤੇ ਆਪਾਂ ਗੱਲ ਕਰ ਹੀ ਚੁੱਕੇ ਹਾਂ। ਇਹ ਤਮਾਮ ਗੱਲਾਂ ਜਿਹੜੀਆਂ ਸੈਂਸਿਟਿਵ ਇਸ਼ੂ ਨੇ, ਇਸ ਵਕਤ ਦੁਨੀਆ ਦੀ ਨਜ਼ਰ ਦੇ ਵਿੱਚ ਨੇ, ਇਹਨਾਂ ਉੱਤੇ ਵੀ ਗੱਲਬਾਤ ਹੋਣੀ ਹੈ। ਵੈਸੇ ਸਾਰਾ ਵਿਸ਼ਵ ਦਾ ਇਸ ਵੇਲੇ ਬੜੀ ਚਰਚਾ ਬਣ ਗਈ ਹੈ, ਸਾਰਿਆਂ ਦੇ ਧਿਆਨ ਇੱਧਰ ਹੈ। ਮੋਦੀ ਸਾਹਿਬ ਉੱਥੇ ਗਏ, ਬਾਈਡਨ ਉਹਨਾਂ ਨਾਲ ਗੱਲ ਕਰ ਰਹੇ ਆ, ਸੁਰੱਖਿਆ ਜਿਹੜੇ ਮੰਤਰੀ ਉੱਥੇ ਨੇ, ਸਾਰਾ ਅਮਲਾ ਪਹਿਲਾਂ ਇੰਡੀਆ ਦਾ ਉੱਥੇ ਆ। ਇਹ ਬਕਾਇਦਾ ਤੌਰ ਤੇ ਹਰ ਇੱਕ ਪੱਤਰਕਾਰ ਦੇ, ਹਰ ਇੱਕ ਅਖਬਾਰ ਦੇ ਨਜ਼ਰ ਵਿੱਚ ਹੈ। ਔਰ ਇਹ ਬਹੁਤ ਵੱਡੀ ਖਬਰ ਹੈ ਜਿਹੜੀ ਅਸੀਂ ਆਪਣੇ ਚੈਨਲ ਤੋਂ ਸਾਡੇ ਦਰਸ਼ਕਾਂ ਦੀ, ਆਪਣੇ ਦਰਸ਼ਕਾਂ ਦੀ ਨਜ਼ਰ ਕਰ ਰਹੇ। ਬਿਲਕੁਲ ਜੀ, 3 ਦੇਸ਼ਾਂ ਵੱਲ ਸਾਰੀ ਦੁਨੀਆ ਦਾ ਧਿਆਨ ਹੈ, ਅਮਰੀਕਾ, ਚੀਨ ਤੇ ਇੰਡੀਆ। ਵਾਹ, ਅਗਲਾ ਦਾ ਨਾਮ ਵੀ ਵਿੱਚੇ ਲੈ ਲਿਆ। ਬਿਲਕੁਲ, ਅਗਲਾ ਜਿਹੜਾ ਟੌਪਿਕ ਰਹਿੰਦਾ ਉਹਦੇ 'ਚ ਇਹ ਰਹਿੰਦਾ ਹੈ ਕਿ ਚੀਨ ਦਾ ਤੇ ਰਸ਼ੀਆ ਦਾ ਦੋਸਤਾਨਾ। ਉਸ ਤੋਂ ਅਗਲਾ ਸਟੈਪ ਰਹਿੰਦਾ ਹੈ ਰਸ਼ੀਆ ਦਾ ਤੇ ਇੰਡੀਆ ਦਾ ਦੋਸਤਾਨਾ। ਹੁਣ ਇਹ ਦੇਖਣਾ ਕਿ ਰਸ਼ੀਆ ਵੱਲੋਂ ਕਿੰਨਾ ਕੁ ਸਰਕ ਕੇ, ਕਿੰਨਾ ਕੁ ਖਿਸਕ ਕੇ ਇੰਡੀਆ ਚੀਨ ਤੇ ਅਮਰੀਕਾ ਦੇ ਵਿਚਾਲੇ ਜਾ ਕੇ ਅਮਰੀਕਾ ਵੱਲ ਵੱਧਦਾ ਹੈ। ਕਿਉਂਕਿ ਚੀਨ ਤੇ ਅਮਰੀਕਾ ਦਾ ਜਿਹੜਾ ਆਪਸ 'ਚ ਥੋੜਾ ਟੈਨਸ਼ਨ ਚੱਲਦੀ ਆ, ਉਹਨੂੰ ਵੀ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਕੂਲ ਡਾਊਨ ਰਵੇ ਤਾਂ ਹੀ ਟ੍ਰੇਡ ਹੋਏਗਾ। ਸੋ ਇਹ ਸਭ ਚੀਜ਼ਾਂ ਧਿਆਨ ਦੇਣ ਦੀ। ਇੱਕ ਗੱਲ ਹੈਗੀ ਆ ਕਿ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ, ਚਰਚਾ ਤੇ ਕਹਿ ਲਈਏ, ਜਿਹੜੀ ਇੰਡੀਆ ਦੀ ਜੱਫੀ ਸੁਪਰ ਪਾਵਰ ਅਮਰੀਕਾ ਨਾਲ ਪੈ ਗਈ ਹੈ, ਬਹੁਤ ਵੱਡੀ ਗੱਲ ਹੈ। ਇਹ ਕੁਛ ਨਾ ਕੁਛ ਮਿਲੂਗਾ ਹੀ। ਜਦੋਂ ਅਸੀਂ ਕਿਸੇ ਵੱਡੇ ਨਾਲ ਗੱਲ ਕਰਦੇ ਹਾਂ ਜਾਂ ਉਹਦੇ ਘਰ ਜਾਂਦੇ ਹਾਂ ਜਾਂ ਕੁਛ ਹੁੰਦੇ ਤਾਂ ਤੁਹਾਨੂੰ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਹੁੰਦਾ ਉਹਦੇ ਨਾਲ। ਨੁਕਸਾਨ ਉਹਦੇ ਕੋਲ ਹੋਊਗਾ ਜਿਹੜਾ ਗਰੀਬ ਆ, ਜਿਹੜਾ ਵਿਚਾਰਾ ਮਾੜਾ ਹੈਗਾ। ਜਦੋਂ ਕੋਈ ਮਹਾਤੜ ਬਣ ਜਾਂਦਾ, ਗਰੀਬ ਬਣ ਜਾਂਦਾ, ਉਹਦੇ ਨੇੜੇ ਰਿਸ਼ਤੇਦਾਰ ਵੀ ਭੱਜ ਜਾਂਦੇ ਆ ਵੀ ਯਾਰ ਜੇ ਇਹਦੇ ਕੋਲ ਗਏ ਨਿਕਲਣਾ, ਮੈਂ ਭੁੱਖਾ, ਮੈਨੂੰ ਪੈਸੇ ਦੇ ਦਿਓ, ਮੈਨੂੰ ਲੋੜ ਆ, ਮੇਰੇ ਮੁੰਡਿਆਂ ਨੂੰ ਪੈਸੇ ਚਾਹੀਦੇ ਆ, ਮੈਨੂੰ ਹੈ ਨਾ, ਪੈਸੇ ਦਾ ਸਵਾਲ ਕਰੂਗਾ। ਤਕੜਾ ਬੰਦਾ ਕਹੂਗਾ ਕੀ ਚਾਹੀਦਾ ਯਾਰ, ਦੱਸ ਤੇਰਾ ਚੱਲ ਰਿਹਾ ਕੰਮ ਵਧੀਆ,
ਜੇ ਨਹੀਂ ਚੱਲਦਾ ਤੇ ਅਸੀਂ ਹਾਜ਼ਰ ਹਾਂ, ਲੈ ਜੋ ਲੈਣਾ ਹੈਗਾ। ਸਾਡੀਆਂ ਤਾਂ ਬੈਂਕਾਂ ਭਰੀਆਂ ਪਈਆਂ, ਇਹ ਬੈਂਕਾਂ ਕਿਹਦੀਆਂ ਭਰੀਆਂ ਪਈਆਂ? ਅਮਰੀਕਾ ਦੀਆਂ। ਔਰ ਇੰਡੀਆ ਕੁਝ ਨਾ ਕੁਝ ਲੈ ਡਿੱਗੇਗਾ ਜਿੱਥੇ ਜਾ ਕੇ ਪਹੁੰਚ ਗਿਆ। ਦੇਖਣ ਵਾਲੀ ਗੱਲ ਇਹ ਹੈ ਕਿ ਰੂਸ ਤੇ ਇੰਡੀਆ ਦੇ ਸੰਬੰਧ, ਇਹ ਸੰਬੰਧ ਕਿੰਨੇ ਕੁ ਇੰਡੀਆ ਅਮਰੀਕਾ ਵੱਲ ਲੈ ਕੇ ਜਾਂਦਾ ਤੇ ਅਮਰੀਕਾ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ ਕਿ ਇੰਡੀਆ ਨੂੰ ਰੂਸ ਦੀ ਗੋਦੀ ਤੋਂ ਆਪਣੀ ਗੋਦੀ ਵਿੱਚ ਲਿਆਉਣ ਦੇ ਵਿੱਚ। ਸੋ ਇਹ ਚੀਜ਼ਾਂ ਦੇ ਉੱਤੇ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਇਹ ਸੰਬੰਧ ਅੱਗੇ ਜਾ ਕੇ ਭਵਿੱਖ ਤੈਅ ਕਰਨਗੇ ਪੂਰੀ ਦੁਨੀਆ ਦੀ ਰਾਜਨੀਤੀ ਦਾ, ਪੂਰੀ ਦੁਨੀਆ ਦੇ ਅਰਥਚਾਰੇ ਦਾ। ਇਹ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਸਾਡੀਆਂ ਦੁਆਵਾਂ ਇਹੀ ਹੈਗੀਆਂ ਕਿ ਇੰਡੀਆ ਦੀ ਸਥਿਰਤਾ, ਇਹਦੀ ਖੁਸ਼ਹਾਲੀ, ਇਹਦੀ ਸਾਰੀ ਡਿਵੈਲਪਮੈਂਟ ਉਸੇ ਤਰ੍ਹਾਂ ਬਣੀ ਰਹੇ ਔਰ ਉਸੇ ਤਰ੍ਹਾਂ ਦੀ ਖੁਸ਼ਹਾਲੀ ਇਹਦੇ ਕੋਲ ਆਉਂਦੀ ਰਹੇ, ਕਿਉਂਕਿ ਸਾਰੇ ਲੋਕ ਤਦ ਖੁਸ਼ ਹੋਣਗੇ। ਔਰ ਮੋਦੀ ਸਰਕਾਰ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕਿਸ ਤੀਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇੱਕ ਇਹਦੇ 'ਚ ਨਾ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਡਿਜੀਟਲ ਇਕਨੋਮੀ ਦੀ ਗੱਲ ਹੋ ਰਹੀ ਹੈ ਕਿ ਦੁਨੀਆ ਦੀ ਜਿਹੜੀ ਬਹੁਤੀ ਦੌਲਤ ਹੈ ਉਹ ਥੋੜ੍ਹੇ ਜਿਹੇ ਲੋਕਾਂ ਦੇ ਹੱਥਾਂ 'ਚ ਹੈ ਤੇ ਇਹ ਕੋਈ ਇਦਾਂ ਦਾ ਹੀਲਾ ਕੀਤਾ ਜਾਵੇ ਕਿ ਇਹ ਜਿਹੜਾ ਡਿਵੀਜ਼ਨ ਆਫ ਵੈਲਥ ਹੈ, ਵੰਡ ਹੈ ਜਿਹੜੀ ਪੂਰੀ ਦੁਨੀਆ ਦੀ ਦੌਲਤ ਦੀ, ਉਹ ਇਦਾਂ ਹੋਵੇ ਕਿ ਗਰੀਬੀ ਨੂੰ ਖਤਮ ਕੀਤਾ ਜਾਵੇ, ਗਰੀਬੀ ਨੂੰ ਹੱਲ ਕੀਤਾ ਜਾਵੇ। ਇਸ ਸਮੱਸਿਆ ਦੇ ਉੱਤੇ ਤਵੱਜੋ ਹੋਣੀ, ਕਿਉਂਕਿ ਜਿਹੜੀ ਗਰੀਬੀ ਹੈ ਨਾ ਉਹ ਆਪਣੇ ਆਪ ਦੇ ਵਿੱਚ ਆਤੰਕਵਾਦ ਹੁੰਦੀ ਹੈ, ਆਪਣੇ ਆਪ ਦੇ ਵਿੱਚ ਅੱਤਵਾਦ ਹੁੰਦੀ, ਕਿਉਂਕਿ ਗਰੀਬ ਆਦਮੀ ਨੂੰ ਤੁਸੀਂ ਪੈਸਾ ਦੇ ਕੇ, ਲਾਲਚ ਦੇ ਕੇ ਉਹਦੇ ਤੋਂ ਕੁਝ ਵੀ ਕਰਵਾ ਸਕਦੇ ਹੋ। ਇਸ ਕਰਕੇ ਇਹ ਗਰੀਬੀ ਦਾ ਇਲਾਜ ਕੀ ਹੋ ਸਕਦਾ ਡਿਜੀਟਲ ਇਕਨੋਮੀ ਦੇ ਜ਼ਰੀਏ, ਇਹ ਵੀ ਖਾਸ ਤਵੱਜੋ ਦਿੱਤੀ ਜਾਏਗੀ ਇਹਨਾਂ ਮੀਟਿੰਗਸ ਦੇ ਵਿੱਚ। ਜੀ ਜੀ ਹਾਂ। ਸੋ ਆਪਾਂ ਅੱਗੇ ਵਧੀਏ। ਜ਼ਰੂਰ। ਅਗਲੀ ਗੱਲ ਇਹ ਹੈ ਕਿ ਜੋ ਤੋਹਫੇ ਤਾਂ ਦਿੱਤੇ ਨੇ, ਨਾਲ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਤੇ ਭਾਰਤ ਦੇ ਜਿਹੜੇ ਨਵੇਂ ਰਿਸ਼ਤੇ ਨੇ, ਨਵਾਂ ਰਣਨੀਤਿਕ ਜੋ ਇਹਨਾਂ ਦਾ ਸੰਬੰਧ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ। ਆਫ ਕੋਰਸ ਇਹ ਤਾਂ ਹੋਣਾ ਹੀ ਹੈ, ਰਾਜਨੀਤੀ ਹੋਵੇ, ਅਰਥਸ਼ਾਸਤਰ ਹੋਵੇ, ਇਹਦੇ ਉੱਤੇ ਰਣਨੀਤੀ ਬਣ ਗਈ ਆ, ਵੱਡੀ ਰਣਨੀਤੀ ਬਣੇਗੀ, ਵੱਡਾ ਪੜੋਲੂ ਵੀ ਬਣ ਗਿਆ, ਜਿਹਨੂੰ ਆਪਾਂ ਕਹਿੰਦੇ ਹਰ ਵਾਰੀ ਗੱਲਬਾਤ ਕਰਦੇ ਹਾਂ। ਇਹਨਾਂ ਦੇ ਖਲੋਣ ਲਈ ਇੱਕ ਐਸਾ ਸਟੇਟਸ ਬਣ ਗਿਆ ਇੰਡੀਆ ਲਈ, ਸਭ ਤੋਂ ਵੱਡਾ ਇਹ ਬਣ ਗਿਆ ਕਿ ਉਹਨਾਂ ਨਾਲ ਜਦੋਂ ਗੱਲ ਵੱਕੜੀ ਪੈ ਗਈ ਆ ਤਾਂ ਸਾਡਾ ਸਟੇਟਸ ਨੈਚੁਰਲੀ ਉਹਦੇ ਵੱਡਾ ਹੋਏਗਾ। ਇਹਦੇ 'ਚ ਇੱਕ ਚੀਜ਼ ਹੈ ਨਾ ਕਿ ਦੋਵਾਂ ਦੇਸ਼ਾਂ ਦੀ ਜਿਹੜੀ ਆਰਮੀ ਹੈ, ਫੌਜ ਹੈ, ਉਹਨੂੰ ਕਿੱਦਾਂ ਹੋਰ ਮਜ਼ਬੂਤ ਕਰੀਏ, ਇੱਕ ਦੂਜੇ ਦੇ ਤਾਲਮੇਲ ਦੇ ਨਾਲ ਇਕੱਠੀਆਂ ਐਕਸਰਸਾਈਜ਼ਸ ਕਰੀਏ, ਇਕੱਠੇ ਮਿਲ ਕੇ ਹਥਿਆਰਾਂ ਦਾ ਉਤਪਾਦਨ ਕਰੀਏ ਤੇ ਜਿਹੜਾ ਦੁਨੀਆ ਦੇ ਵਿੱਚ ਫੈਲਿਆ ਹੋਇਆ ਅੱਤਵਾਦ ਹੈ ਉਹਦੇ ਉੱਤੇ ਕਿੱਦਾਂ ਗੱਲ ਕੀਤੀ ਜਾਵੇ, ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ, ਡਰੱਗਸ ਦੇ ਉੱਤੇ, ਜਿਹਦੇ ਤੋਂ ਦੇਸ਼ ਦੀ, ਦੁਨੀਆ ਦੀ ਸ਼ਾਂਤੀ ਨੂੰ ਖਤਰਾ ਹੈ, ਅਮਾਨ ਨੂੰ ਖਤਰਾ ਹੈ, ਉਹਦਾ ਹੱਲ ਕਿੱਦਾਂ ਕੀਤਾ ਜਾਵੇ, ਇਸ ਦੇ ਉੱਤੇ ਵੀ ਤਵੱਜੋ ਦਿੱਤੀ ਜਾਏਗੀ। ਔਰ ਜਿਹੜੇ ਦੇਸ਼ਾਂ ਦੀਆਂ ਨੀਤੀਆਂ ਇਸ ਵਿਸ਼ਵ ਸ਼ਾਂਤੀ ਦੇ ਖਿਲਾਫ ਨੇ, ਉਹਨਾਂ ਦਾ ਕੀ ਹੱਲ ਹੋ ਸਕਦਾ ਹੈ। ਇੱਕ ਗੱਲ ਤਾਂ ਵੈਸੇ ਇਹ ਕੀਤੀ ਇਹਨਾਂ ਨੇ, ਮੋਦੀ ਸਾਹਿਬ ਨੇ, ਕਿ ਜਿਹੜੇ ਇਹਨਾਂ ਦੇ ਨਾਲ ਲੱਗਦੇ ਸਰਹੱਦਾਂ ਤੇ ਦੇਸ਼ ਨੇ, ਉਹਨਾਂ ਵੱਲੋਂ ਜਿਹੜੀ ਸੁਰੱਖਿਆ ਲੈਣੀ ਆ, ਅਮਰੀਕਾ ਕੋਲ ਇਹਨਾਂ ਨੇ ਰਜੋਈ ਕੀਤੀ ਆ, ਜਾਂ ਜਿਹਨੂੰ ਕਹਿ ਲਓ ਰਿਕੁਐਸਟ ਕੀਤੀ ਆ, ਜਿਹਦੇ ਨਾਲ ਅਫਗਾਨਿਸਤਾਨ ਸਾਡੇ ਨਾਲ ਲੱਗਦਾ, ਰਸ਼ੀਆ ਸਾਡੀ ਹੱਦ ਦੇ ਨਾਲ ਲੱਗਦਾ, ਪਾਕਿਸਤਾਨ ਸਾਡੇ ਨਾਲ ਲੱਗਦਾ, ਬੰਗਲਾਦੇਸ਼ ਸਾਡੇ ਨਾਲ ਲੱਗਦਾ, ਨੇਪਾਲ ਸਾਡੇ ਨਾਲ ਲੱਗਦਾ, ਮਿਆਂਮਾਰ ਸਾਡੇ ਨਾਲ ਲੱਗਦਾ, ਮਿਆਂਮਾਰ, ਔਰ ਇਸ ਤਰ੍ਹਾਂ ਕਈ ਦੇਸ਼ ਲੱਗਦੇ। ਉਹਨਾਂ ਤੋਂ ਸੁਰੱਖਿਆ ਇਹਨਾਂ ਨੇ ਕਿਹਾ ਕਿ ਸਾਨੂੰ, ਚਾਈਨਾ ਦਾ ਖਾਸ ਕਰਕੇ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਸਾਡੇ ਨਾਲ ਕਈ ਬਦਸਲੂਕੀਆਂ, ਕਈ ਤਰ੍ਹਾਂ ਦੀਆਂ ਛੇੜਖਾਨੀਆਂ, ਕਈ ਤਰ੍ਹਾਂ ਦੀ ਸਰਹੱਦਾਂ 'ਤੇ ਗੋਲਾਬਾਰੀ, ਕਈ ਤਰ੍ਹਾਂ ਦੇ ਨੁਕਸਾਨ ਤੋਂ ਅਸੀਂ ਬੜੇ ਆਤਰ ਹੋਏ ਹਾਂ, ਬੜੇ ਦੁਖੀ ਹਾਂ। ਇਹਦਾ ਕੁਛ ਨਾ ਕੁਛ ਕਨਕਲੂਜ਼ਨ, ਕੁਝ ਸਿੱਟਾ ਕੱਢੋ। ਔਰ ਬਾਈਡਨ ਸਾਹਿਬ ਨੇ ਕਹਿਤਾ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਰੱਖਿਆ ਮੰਤਰੀ ਬਾਲਕਨ ਨੂੰ ਉੱਥੇ ਪਹੁੰਚ ਚੁੱਕੇ ਆ, ਉਹਨਾਂ ਨੂੰ ਅਸੀਂ ਕਰ ਰਹੇ ਹਾਂ ਗੱਲਬਾਤ। ਉਹ ਤੁਹਾਡੇ ਨਾਲ ਰਿਸ਼ਤਾ ਵਧੀਆ ਬਣਾਉਣ ਲਈ ਚਾਈਨਾ ਨੂੰ ਉਤੇਜਿਤ ਕਰਨਗੇ ਕਿ ਤੁਸੀਂ ਇਸ ਗੱਲ ਤੋਂ ਬਾਜ਼ ਆ ਜਾਓ, ਨਹੀਂ ਤਾਂ ਅਸੀਂ ਫਿਰ ਉਹਨਾਂ ਦੇ ਨਾਲ ਹੈਗੇ ਹਾਂ। ਇਹ ਗੱਲ ਬਹੁਤ ਵੱਡੀ ਔਰ ਬੜੀ ਭਰੋਸਾਯੋਗ ਗੱਲ ਕੀਤੀ ਉਹਨਾਂ ਨੇ, ਕਿਉਂਕਿ ਜਦੋਂ ਸਾਡੀ ਸਰਹੱਦਾਂ 'ਤੇ ਸਾਡੇ ਫੌਜੀ ਮਰ ਰਹੇ ਆ ਔਰ ਦਿਨ ਦਿਹਾੜੇ ਗੋਲੀ ਚੱਲ ਜਾਂਦੀ ਆ, ਅਫਗਾਨਿਸਤਾਨ 'ਚ ਬਹੁਤ ਮੁੰਡੇ ਮਾਰੇ ਗਏ ਸਾਡੇ, ਔਰ ਇਹਦੇ ਵਿੱਚ ਚਾਈਨਾ ਦੇ ਬਾਰਡਰ 'ਤੇ, ਪਾਕਿਸਤਾਨ ਦੇ ਬਾਰਡਰ 'ਤੇ, ਔਰ ਘਰ ਉੱਜੜ ਜਾਂਦਾ, ਫਿਰ ਸਰਕਾਰ ਨੂੰ ਉਹਨਾਂ ਨੂੰ ਮੁਆਵਜ਼ਾ ਪੈਸਾ ਦੇਣਾ ਪੈਂਦਾ। ਪੁਲਵਾਮਾ ਵਾਲਾ ਘਟਨਾ ਹੋ ਕੇ ਹਟੀ ਆ, ਉਹਦੇ 'ਚ ਵੀ ਅੱਤਵਾਦੀ ਬਾਹਰੋਂ ਹੀ ਆਏ ਆ, ਗਲਵਾਨ ਘਾਟੀ ਦੀ ਵੀ ਵਾਲੀ ਆਈ ਹੈ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਨੇ, ਉਹਨਾਂ ਦੀ ਗੱਲ ਕੀਤੀ ਆ। ਇੱਕ ਚੀਜ਼ ਹੋਰ ਹੈ ਕਿ ਅਮਰੀਕਾ ਤੇ ਇੰਡੀਆ ਦਾ ਜਿਹੜਾ ਇਸ ਵਕਤ ਵਪਾਰ ਹੈ $191 ਅਰਬ ਦਾ, ਤਾਂ ਵੀਜ਼ਾ ਕਾਨੂੰਨ, ਕੰਪਨੀਆਂ ਦੇ ਵਾਸਤੇ ਕੰਮ ਕਰਨ ਦੇ ਹਾਲਾਤ ਹੋਰ ਕਿੱਦਾਂ ਸੌਖੇ ਕੀਤੇ ਜਾਣ ਤਾਂ ਕਿ ਵੀਜ਼ੇ ਦਾ ਟਾਈਮ ਘੱਟ ਲੱਗੇ ਤੇ ਵੱਧ ਤੋਂ ਵੱਧ ਲੋਕ ਅਮਰੀਕਾ ਤੇ ਇੰਡੀਆ ਵਿਜ਼ਿਟ ਕਰਨ ਔਰ ਬਿਜ਼ਨਸ ਨੂੰ ਹੋਰ ਹੱਲਾਸ਼ੇਰੀ ਮਿਲੇ। ਕਿਉਂਕਿ ਵੀਜ਼ੇ ਦਾ ਟਾਈਮ ਘਟਾਉਣਾ ਜ਼ਰੂਰੀ ਹੈ, ਉਹਨਾਂ ਬਿਜ਼ਨਸ ਕਾਫੀ ਅੱਗੇ ਵਧੇਗਾ। ਕਿਉਂਕਿ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ, ਅਮਰੀਕਾ ਤੋਂ ਜਿਹੜੇ ਭਾਰਤ ਆਉਣਾ ਚਾਹੁੰਦੇ ਨੇ, ਜਿਹੜੀਆਂ ਕੰਪਨੀਆਂ ਬਿਜ਼ਨਸ ਕਰਨੀਆਂ ਚਾਹੁੰਦੀਆਂ ਨੇ, ਉਹਨਾਂ ਵਾਸਤੇ ਵੀਜ਼ੇ ਦਾ ਟਾਈਮ ਕਿੱਦਾਂ ਘਟਾਇਆ ਜਾਵੇ ਤੇ ਨਾਲ ਕਾਨੂੰਨਾਂ ਦੇ ਵਿੱਚ ਕਿੱਦਾਂ ਰਿਲੈਕਸੇਸ਼ਨ ਦਿੱਤੀ ਜਾਵੇ ਤਾਂ ਕਿ ਕਿਤੇ ਵੀ ਬਿਜ਼ਨਸ ਐਸਟੈਬਲਿਸ਼ ਕਰਨ ਦੇ ਵਿੱਚ ਮੁਸ਼ਕਿਲ ਨਾ ਪੇਸ਼ ਆਵੇ। ਸੋ ਇਸ ਤਰ੍ਹਾਂ ਕਾਫੀ ਪੋਜ਼ਿਟਿਵ ਬਾਈਡਨ ਸਾਹਿਬ ਨੇ ਉਹਨਾਂ ਨੂੰ ਹਦਾਇਤ ਕਰਤੀ ਹੈ, ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੂੰ ਕਹਿਤਾ ਕਿ H1B ਵੀਜ਼ਾ ਜਿਹੜੇ ਹੈਗੇ ਆ, ਜਿਹੜੇ ਆਰਟ ਨਾਲ ਭਰਪੂਰ ਮੁੰਡੇ ਆ ਰਹੇ ਆ, ਸਟੱਡੀ ਲਈ ਆ ਰਹੇ ਆ, ਉਹਨਾਂ 'ਤੇ ਕੋਈ ਇਸ ਤਰ੍ਹਾਂ ਦਾ ਬਹੁਤ ਗਿਲਾ ਸ਼ਿਕਵਾ ਨਾ ਕਰੋ। ਜਿਹੜੇ ਵੀ ਆ ਰਹੇ ਆ ਉਹਨਾਂ 'ਤੇ ਥੋੜ੍ਹੀ ਜਿਹੀ ਮਿੱਤਰਤਾ ਦਿਖਾਓ
ਔਰ ਉਹਦੇ ਵਿੱਚ ਜਿਹੜੇ ਉਹਨਾਂ ਦੇ ਡਾਕੂਮੈਂਟਸ ਨੇ ਓਰੀਜਨਲ ਹੈ ਤਾਂ ਉਹਨਾਂ ਦੇ ਨਾਲ ਉਹਨਾਂ ਨੂੰ ਇਨਵੀਟੇਸ਼ਨ ਦਿਓ, ਉਹਨਾਂ ਨੂੰ ਬੁਲਾਓ ਔਰ ਉਹਨਾਂ ਨੂੰ ਵੀਜ਼ੇ ਦਿਓ, ਸਟੱਡੀ ਵੀਜ਼ੇ ਦਿਓ, ਬਾਕੀ ਹਾਂ ਬਿਜ਼ਨਸ ਲਈ ਦਿਓ। ਜਿਹੜੇ ਮੁੰਡੇ ਇੰਟਰਵਿਊ ਦਾ ਪ੍ਰੋਸੈਸ ਸੁਖਾਲਾ ਕਰੋ। ਸੁਖਾਲਾ ਕਰਦਾ ਸੁਖਾਲਾ। ਔਰ ਇਹਦੇ ਵਿੱਚ ਹੁਣ 3 ਲੱਖ ਦੇ ਕਰੀਬ ਤੇ ਵੀਜ਼ੇ ਲੱਗ ਚੁੱਕੇ ਆ, ਜਿਹਦੇ ਵਿੱਚ 6 ਮਹੀਨੇ ਦੀ ਇਨਵੀਟੇਸ਼ਨ ਜਾਂ ਵੇਟਿੰਗ ਲਿਸਟ ਹੁੰਦੀ ਉਹ ਵੀ ਘਟਾਤੀ ਇਹਨਾਂ ਨੇ। ਔਰ ਇਸ ਵੇਲੇ ਬੜਾ ਖੁੱਲਾ ਵਿਹੜਾ ਕਰਤਾ ਇਹਨਾਂ ਨੇ ਅਮਰੀਕਾ ਦਾ, 2/3 ਕਰ ਦਿੱਤਾ, ਸਮਾਂ ਘਟਾ ਦਿੱਤਾ, ਕਿਉਂਕਿ ਮੈਕਸੀਕੋ ਵਾਲੀ ਕੰਧ ਟੱਪਣ ਤੋਂ ਵੀ ਬੱਚੇ ਬਾਜ ਆ ਡੋਂਕੀ ਖੇਡਣ ਤੋਂ। ਇਹ ਦੌਲਤ ਥੋੜਾ ਜਿਹਾ ਤੰਗ ਸੀਗਾ ਰਸਤਾ, ਇਸ ਕਰਕੇ ਲੋਕ ਬੱਚੇ ਇੱਧਰ ਦੀ ਨਹੀਂ ਜਾਣਾ ਚਾਹੁੰਦੇ। ਕੈਨੇਡਾ ਖੁੱਲਾ ਸੀਗਾ, ਇਹ ਥੋੜਾ ਜਿਹਾ ਬੰਦ ਸੀ, ਇਹਨਾਂ ਵੀ ਓਪਨ ਕਰਤਾ ਕੈਨੇਡਾ ਦੀ ਰੀਸ ਨਾਲ, ਤਾਂ ਕਿ ਡੋਂਕੀ ਨਾ ਖੇਡੋ। ਡੋਂਕੀ ਨਹੀਂ ਆਉਂਦੇ, ਮੌਂਕੀ ਤੇ ਡੋਂਕੀ ਦੋਵੇਂ ਨਹੀਂ ਖੇਡਣੇ। ਸੋ ਆਪਾਂ ਅੱਗੇ ਵਧੀਆ ਮੌਂਕੀ ਬਣ ਕੇ ਕੰਧ ਤੇ ਚੜਦੇ ਮੁੰਡੇ। ਹਾਂ, ਖੋਤਿਆਂ ਵਾਲੇ ਕੰਮ ਕਰਦੇ ਨੇ, ਬਾਂਦਰਾਂ ਵਾਕਣ ਟਪੂਸੀਆਂ ਮਾਰਨੀਆਂ, ਫਿਰ ਬਾਅਦ ਚ ਕਹਿਣਾ ਕਾਨੂੰਨ ਨੇ ਸਾਨੂੰ ਕੜਿੱਕੀ ਚ ਲੈ ਲਿਆ, ਉਹ ਤਾਂ ਲੈਣਾ ਹੀ ਹੈ। ਅੱਗੇ ਤਾਂ ਕੰਧ ਛੋਟੀ ਹੈ, ਟਰੰਪ ਨੇ ਹੋਰ ਉੱਚੀ ਕਰਵਾਤੀ ਹੈ, ਨਹੀਂ ਤੇ ਇਹਦੇ ਅੱਗੇ ਤੇ ਮੁੰਡੇ ਛਾਲ ਮਾਰ ਕੇ ਸਿੱਧੇ ਚੜ ਜਾਂਦੇ ਬਾਹਰ ਜੀ। ਚਲੋ ਹੁਣ ਆਪਾਂ ਅੱਗੇ ਵਧੀਏ ਜੀ। ਅਗਲਾ ਇਹ ਹੈ ਜੀ ਕਿ ਜਦੋਂ ਆਪਾਂ ਕੱਲ 2 ਦਿਨ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਨੂੰ ਵਧਾਈ ਦਿੱਤੀ ਸੀ ਕਿ ਗੁਰਬਾਣੀ ਪ੍ਰਸਾਰਨ ਸ਼੍ਰੀ ਗੁਰੂਦੇਵ ਦਾ ਜਿਹੜਾ ਗੁਰਬਾਣੀ ਪ੍ਰਸਾਰਨ ਹੈ ਸ਼੍ਰੀ ਹਰਿਮੰਦਰ ਸਾਹਿਬ ਤੋਂ, ਉਹਦਾ ਪ੍ਰਸਾਰਨ ਫ੍ਰੀ ਤੇ ਸਾਰੇ ਚੈਨਲਸ ਵਾਸਤੇ ਫ੍ਰੀ, ਤਾਂ ਕਿ ਹਰ ਥਾਂ ਤੇ ਪਹੁੰਚੇ, ਮਤਲਬ ਸਭ ਕੁਝ ਫ੍ਰੀ। ਇਹ ਮਨਜ਼ੂਰ ਕਰ ਲਿੱਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ, ਸਪੈਸ਼ਲ ਇਜਲਾਸ ਬੁਲਾ ਕੇ ਬਿੱਲ ਪਾਸ ਕਰ ਦਿੱਤਾ ਗਿਆ। ਤੇ ਹੁਣ SGPC ਦਾ ਇੱਕ ਵਫਦ ਹੋ ਗਿਆ ਹੈ ਗਵਰਨਰ ਸਾਹਿਬ ਕੋਲ ਕਿ ਇਹ ਬਿੱਲ ਕੈਂਸਲ ਕੀਤਾ ਜਾਵੇ, ਉਹਨੂੰ ਮਨਜ਼ੂਰੀ ਨਾ ਦਿੱਤੀ ਜਾਵੇ। ਔਰ ਗਵਰਨਰ ਸਾਹਿਬ ਵੀ ਗੱਲ ਕਰ ਚੁੱਕੇ ਨੇ ਕਿ ਜੋ ਵੀ ਇੱਦਾਂ ਸਾਰੇ ਬਿੱਲ ਪਾਸ ਹੋਏ ਨੇ, ਮੈਂ ਕਾਨੂੰਨੀ ਸਲਾਹ ਲਵਾਂਗਾ ਜਿੱਥੇ ਰੋਕ ਲੱਗ ਸਕਦੀ ਹੈ। ਔਰ ਮੇਰੀਆਂ ਜੋ ਸਾਰੀਆਂ ਕੀ ਕਹਿੰਦੇ ਨੇ ਹਿਦਾਇਤਾਂ ਨੇ ਔਰ ਮੇਰੇ ਜਿਹੜੇ ਅਧਿਕਾਰ ਨੇ ਕਨਸਟੀਟਿਊਸ਼ਨ ਦੇ ਮੁਤਾਬਿਕ, ਜਿਹਦੇ ਉਹਦੇ ਉੱਤੇ ਕੈਂਚੀ ਫੇਰੀ ਗਈ ਹੈ, ਤਾਂ ਕਾਨੂੰਨੀ ਸਲਾਹਕਾਰ ਦੇ ਜ਼ਰੀਏ ਮੈਂ ਸਲਾਹ ਲੈ ਕੇ ਉਹਦੇ ਉੱਤੇ ਜੋ ਵੀ ਬਣਦੀ ਕਾਰਵਾਈ ਹੈ ਮੈਂ ਜ਼ਰੂਰ ਕਰਾਂਗਾ। ਤੇ ਜੇ ਕੋਈ ਮਾਨਹਾਨੀ ਵਾਲੀ ਗੱਲ ਹੁੰਦੀ ਹੈ ਤਾਂ ਮੈਂ ਮਾਨਹਾਨੀ ਦੇ ਕੇਸ ਵੱਲ ਵੀ ਤੁਰਾਂਗਾ, ਇਹ ਵੀ ਗੱਲ ਉਹਨਾਂ ਨੇ ਕਹੀ ਹੈ। ਸੋ ਇਹ ਮਾਮਲਾ ਫਿਰ ਉਲਝਦਾ ਨਜ਼ਰ ਆ ਰਿਹਾ ਕਿ ਸਵਾਲੀਆ ਨਿਸ਼ਾਨ ਲੱਗਦਾ ਪਿਆ ਕਿ ਵਾਕਈ ਇਹ ਇੱਦਾਂ ਮਨਜ਼ੂਰੀ ਮਿਲੇਗੀ। ਵੈਸੇ ਹੁਣ ਤੱਕ ਜਿੰਨੇ ਵੀ ਗਵਰਨਰ ਸਾਹਿਬ ਨੂੰ ਇਹਨਾਂ ਦੇ ਪ੍ਰਸਤਾਵ ਗਏ ਆ, ਜੋ ਇਹਨਾਂ ਦੇ ਉਹ ਬਣਾਏ ਪਏ ਬਿੱਲ ਇਹਨਾਂ ਨੇ ਫਾਈਨਲ ਕਰਕੇ ਵਿਧਾਨ ਸਭਾ ਤੋਂ ਉਹਨਾਂ ਤੱਕ ਪਹੁੰਚਾਏ ਆ, ਉਹਨਾਂ 'ਤੇ ਨਾ ਨੁਕਰੀ ਹੋਈ ਹੈ। ਜਿਸ ਤਰ੍ਹਾਂ ਵਾਈਸ ਚਾਂਸਲਰ ਅਪੁਆਇੰਟਮੈਂਟ ਸੀਗੀ ਬਾਬਾ ਫਰੀਦ ਸਾਇੰਸ ਯੂਨੀਵਰਸਿਟੀ ਦੇ, ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਪੁਆਇੰਟਮੈਂਟ ਸੀਗੀ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਸੀਗੀ, ਉਹ ਇਹਨਾਂ ਨੇ ਫਾਈਲ ਵਾਪਸ ਕੀਤੀ। ਵਿਧਾਇਕਾਂ ਦੀ ਪੈਨਸ਼ਨਾਂ ਦੀ ਫਾਈਲ ਇਹਨਾਂ ਨੇ ਮੋੜੀ, ਔਰ ਉਹਦੇ ਨਾਲ ਹੋਰ ਵੀ ਮੁੱਦੇ ਜਿਹੜੇ ਪੰਜਾਬ ਦੇ ਸਾਂਝੇ ਮੁੱਦੇ ਸੀ ਉਹ ਇਹਨਾਂ ਨੇ ਅਪਰੂਵਲ ਨਹੀਂ ਦਿੱਤੀ, ਉੱਤੇ ਕਾਂਟ ਅਪਰੂਵਲ ਲਿਖ ਕੇ ਇਹਨਾਂ ਨੇ ਵਾਪਸ ਭੇਜ ਦਿੱਤੇ ਔਰ ਉਹ ਇਹਨਾਂ ਸਬਮਿਟ ਕੀਤੇ ਗਵਰਨਰ ਸਾਹਿਬ ਨੂੰ। ਔਰ ਦੂਸਰਾ ਮੁੱਦਾ ਇਹ ਜਿਹੜਾ ਸੀਗਾ ਹੁਣ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਸੋਧ ਬਿੱਲ ਦਾ, ਇਹ 1925 ਦਾ ਸੋਧ ਬਿੱਲ ਸੀਗਾ, ਇਹਦੇ ਵਿੱਚ ਉਹਨਾਂ ਨੇ ਸੋਧ ਬਿੱਲ ਇਹ ਕਰਕੇ ਪਾਸ ਕਰ ਦਿੱਤਾ, ਇਹਦੀ ਵਿਰੋਧਤਾ ਨਹੀਂ ਹੋਈ, ਜਦੋਂ ਕਿ ਜਿਹੜੀ ਵਿਰੋਧੀ ਪਾਰਟੀਆਂ ਨਹੀਂ ਗਈਆਂ ਕਿਉਂਕਿ ਇਹਨਾਂ ਕੋਲ ਤਾਂ 92 ਵਿਧਾਇਕ ਹੈਗੇ ਆ, ਇਹਨਾਂ ਦਾ ਉਸ ਵੇਲੇ ਪਾਸ ਹੋ ਗਿਆ। ਔਰ ਇਹ ਜਿਹੜੇ ਸਪੀਕਰ ਨੇ ਕੁਲਤਾਰ ਸੰਧਵਾ ਜੀ, ਉਹਨਾਂ ਨੇ ਪੇਸ਼ ਕੀਤਾ, ਉਹਦੇ ਵਿੱਚ ਇੱਥੇ ਸਾਰਿਆਂ ਨੇ ਸਹੀ ਪਾਤੀ, ਇਹ ਪਾਸ ਹੋ ਗਿਆ। ਔਰ ਉਸ ਤੋਂ ਬਾਅਦ ਇਹ ਸਾਰਾ ਦਾ ਸਾਰਾ ਜਿਹੜਾ ਨਾਰਾਜ਼ਗੀ SGPC ਨੂੰ ਉਠਾਉਣੀ ਪਈ, ਉਹਨਾਂ ਨੇ ਜਾ ਕੇ ਗਵਰਨਰ ਸਾਹਿਬ ਨੂੰ ਉਹਨਾਂ ਦਾ ਵਫਦ ਮਿਲਿਆ, ਜਿਹਦੀ ਅਗਵਾਈ ਕਰ ਰਹੇ ਸੀਗੇ ਧਾਮੀ ਸਾਹਿਬ, ਹਰਜਿੰਦਰ ਸਿੰਘ ਧਾਮੀ ਜੀ ਗਏ ਉੱਥੇ। ਵੈਸੇ ਤਾਂ ਅੜਿੱਕਾ ਪਹਿਲਾਂ ਹੀ ਪਾਉਣਾ ਹੈ ਗਵਰਨਰ ਸਾਹਿਬ ਨੇ, ਹੁਣ ਉਹਨਾਂ ਨੂੰ ਇੱਕ ਸਹਾਰਾ ਹੋਰ ਮਿਲ ਗਿਆ। ਚਲੋ ਇੱਕ ਤੇ ਚੱਲ ਰਹੇ ਸੀਗੇ, ਹੁਣ ਦੂਜਾ ਸਹਾਰਾ ਇਹ ਮਿਲ ਗਿਆ, 11 ਹੋ ਗਏ, 2-11 ਹੁਣ ਉਹਨਾਂ ਨੇ ਉਹ ਰੋਕਣਗੇ। ਉਹਨਾਂ ਨੇ ਕਿਹਾ ਕਿ ਸੰਵਿਧਾਨ ਦੀ ਉਲੰਘਣਾ ਹੈਗੀ ਹੈ, ਮੈਂ ਇਹਦੇ 'ਤੇ ਨਹੀਂ ਕਿਹਾ, ਮੇਰੇ ਨਾਲ ਸਲਾਹ ਨਹੀਂ ਕੀਤੀ, ਉਹਨਾਂ ਨੇ ਆਹ ਨਹੀਂ ਕੀਤਾ। ਔਰ ਉਹ ਹੁਣ ਜਿਹੜਾ ਆਪਣੇ ਮੁੱਖ ਮੰਤਰੀ ਨੇ ਇਹਨਾਂ ਨੇ ਡਿਸੀਜਨ ਲੈ ਲਿਆ, ਹੋ ਗਿਆ। ਦੂਜੇ ਪਾਸੇ ਇਹਨਾਂ ਨੇ ਵੈਸੇ ਤਾਂ ਗੱਲ ਠੀਕ ਸੀ ਕੀਤੀ ਕਿ ਫ੍ਰੀ ਆਫ ਕਾਸਟ ਜਾਵੇ, ਲੋਕਾਂ ਨੂੰ ਡੋਰ ਟੂ ਡੋਰ ਜਾਵੇ, ਡਿਜੀਟਲ ਪਲਾਨਿੰਗ ਦੇ ਲਿਹਾਜ਼ ਨਾਲ ਹਰ ਕੰਟਰੀ 'ਚ ਪਹੁੰਚੂਗਾ। ਸਾਰੇ ਚੈਨਲਾਂ ਨੂੰ ਇਹਨਾਂ ਨੇ ਖੋਲ੍ਹ ਦਿੱਤੀ ਸੀ ਕਿ ਇਹਦੇ 'ਤੇ ਮੋਨੋਪਲੀ ਇੱਕ ਚੈਨਲ ਦੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਰਬ ਸਾਂਝੀਵਾਲਤਾ ਦਾ ਪੈਗਾਮ ਹੈ, ਸੁਨੇਹਾ ਹੈਗਾ, ਸਾਰੇ ਲੋਕਾਂ ਨੂੰ ਘਰੋਂ ਘਰ ਇਸ ਤਰ੍ਹਾਂ ਪਹੁੰਚਣਾ ਚਾਹੀਦਾ। ਔਰ ਇਸ ਤਰ੍ਹਾਂ ਪਹਿਲਾਂ ਅੱਗੇ ਆਪਾਂ ਗੱਲ ਕਰ ਚੁੱਕੇ ਹਾਂ, ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਜੀਂਦੇ ਸੀ, ਉਹਨਾਂ ਨੇ ਰੇਡੀਓ 'ਤੇ ਪ੍ਰਸਾਰਣ ਮੰਗਿਆ ਸੀਗਾ ਔਰ ਉਹ ਰੇਡੀਓ 'ਤੇ ਦਰਬਾਰ ਸਾਹਿਬ ਤੋਂ ਅਪਰੂਵ ਹੋ ਗਿਆ ਸੀਗਾ, ਉਹਦੇ ਲਈ ਸਾਰੇ ਟਰਾਂਸਮੀਟਰ ਵੀ ਆ ਗਏ ਸੀ, ਸਾਰਾ ਕੁਝ ਹੋ ਗਿਆ। ਫਿਰ ਦਰਬਾਰ ਸਾਹਿਬ 'ਤੇ 1984 ਦਾ ਬਲੂ ਸਟਾਰ ਆਪਰੇਸ਼ਨ ਦਾ ਹਮਲਾ ਹੋ ਗਿਆ ਸੀਗਾ। ਫਿਰ ਅਜੇ ਵੀ 4 ਤੋਂ 6 ਵਜੇ ਤੱਕ ਰੇਡੀਓ 'ਤੇ ਜਿਹੜਾ ਚੱਲ ਰਿਹਾ ਗੁਰਬਾਣੀ ਕੀਰਤਨ, ਔਰ ਜੇ ਸਰਕਾਰੀ ਚੈਨਲ 'ਤੇ ਚੱਲ ਰਿਹਾ ਤੇ ਦੂਰਦਰਸ਼ਨ ਨੂੰ ਵੀ ਇਹਦੇ ਵਿੱਚ ਭਾਗੀਵਾਲ ਹੋ ਸਕਦਾ, ਮਿਲ ਸਕਦਾ ਸੀਗਾ। ਦੂਰਦਰਸ਼ਨ ਤੇ ਸਰਕਾਰੀ ਹੈ, ਉੱਤੇ ਤੇ 1 ਰੁਪਈਆ ਲੱਗਣਾ ਨਹੀਂ। ਤੀਜੇ ਪਾਸੇ ਜਿਹੜੇ ਨਾਰਾਇਣਨ ਜੀ ਨੇ, ਜਿਹੜੇ ਇਹਦੇ CEO ਆ PTC ਚੈਨਲ ਦੇ, ਉਹਨਾਂ ਕਹਤਾ ਅਸੀਂ ਫ੍ਰੀ ਆਫ ਕਾਸਟ ਦੇ ਰਹੇ ਹਾਂ, ਅਸੀਂ ਤੇ ਪੈਸਾ ਲੈਂਦੇ ਨਹੀਂ ਹੈਗੇ। ਉਹਨਾਂ ਨੇ ਆਪਣੇ ਕਾਗਜ਼ ਦਿਖਾਏ, ਬੜਾ ਕੁਝ ਕੀਤਾ। ਹੁਣ ਇਹ ਪਤਾ ਨਹੀਂ ਲਕੂਨਾ ਕੀ ਹੈਗਾ, ਕਿੱਥੇ ਕੀ ਕੀਤਾ, ਜਾਂ ਤਾਂ ਭਗਵੰਤ ਮਾਨ ਕੋਲ ਗਲਤ ਡਿਸੀਜਨ ਹੋ ਗਿਆ, ਜਾਂ ਜਿਹੜੀ ਉਹਦੀ ਪੈਰਵਾਈ ਗਲਤ ਜਿਹੜੀ SGPC ਕਰ ਰਹੀ ਹੈ,
ਇਸ ਵੇਲੇ ਰਲ ਗੋਬਾ ਪਿਆ ਹੋਇਆ ਸਾਰਾ ਕੁਝ ਨਹੀਂ ਪਤਾ ਲੱਗ ਰਿਹਾ। ਜਾਂ ਤਾਂ ਸੈਂਟਰ ਨੂੰ ਇਹਨਾਂ ਕਿਹਾ ਉਹ ਅਮਿਤ ਸ਼ਾਹ ਗ੍ਰਹਿ ਮੰਤਰੀ 'ਚ ਪ੍ਰਵੇਸ਼ ਕਰਨ, ਉਹ ਥੋੜ੍ਹਾ ਜਿਹਾ ਇਹਦੇ 'ਤੇ ਡਿਸੀਜਨ ਲੈਣ। ਵੈਸੇ ਪੰਜਾਬ ਦੀ ਛੋਟੀ ਜਿਹੀ ਗੱਲ ਨੂੰ ਐਸਾ ਉਭਾਰਦੇ ਆ, ਇਹ ਪੰਜਾਬੀਆਂ ਨੂੰ ਹੈਗੀ ਗੱਲ ਉਭਾਰਨ ਦੀ, ਲੜਾਈ ਕਰਨ ਦੀ। ਜਦੋਂ ਕਿ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਸੁਨੇਹਾ ਹੈਗਾ ਵਾ, ਜੇ ਦੂਸਰੇ ਚੈਨਲਾਂ 'ਤੇ ਆ ਗਿਆ ਤਾਂ PTC ਵੀ ਚੈਨਲ ਨਾਲ ਲੈ ਕੇ ਕਰੀ ਜਾਵੇ। ਇਹਨਾਂ ਨੂੰ ਜਾਂ ਤਾਂ ਟੈਲੀਕਾਸਟ ਕਰਨ ਦੀ ਸੁਵਿਧਾ ਦਾ ਨਹੀਂ ਪਤਾ ਹੈਗਾ, ਜਾਂ ਇਹਨਾਂ ਕੋਲ ਮਾਹਰ ਹੈ ਨਹੀਂ, ਐਕਸਪਰਟ ਹੈ ਨਹੀਂ। ਡਿਜੀਟਲ 'ਤੇ ਹੈਗਾ, ਪੇਮੈਂਟ ਵੀ ਇਹਦੀ ਲੈਣੀ ਉਹਨਾਂ ਨੇ, ਜਿਸ ਤਰ੍ਹਾਂ ਟੈਲੀਫੋਨ ਦੀ ਟਰਾਈ ਸਾਡੇ ਕੋਲ ਪੈਸੇ ਲੈਂਦਾ। ਜੇ ਬਾਕੀ ਏਅਰਟੈਲ ਹੈਗਾ ਜਾਂ ਜਿਹੜੇ ਦੂਜੇ ਹੈਗੇ ਨਾ, ਸਾਰਿਆਂ ਦੀ ਟਰਾਈ ਉਹਦਾ ਹੈੱਡ ਹੈਗਾ, ਟਰਾਈ ਕੋ ਲੈਣੀ ਪੈਂਦੀ ਸਾਰਾ ਕੁਝ। ਇਸੇ ਤਰ੍ਹਾਂ ਜਿਹੜਾ ਦੂਰਦਰਸ਼ਨ ਪੰਜਾਬ ਦਾ ਸਰਕਾਰੀ ਚੈਨਲ ਹੈ, ਦਿੱਲੀ ਤੋਂ ਸਾਰੇ ਚੈਨਲ ਜਿਹੜੇ ਆ ਉਹਦੇ ਕੋਲ ਅਪਰੂਵਲ ਲੈ ਕੇ ਚੱਲਦੇ ਆ। ਉਹਦੀ ਮਿਨਿਸਟਰੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟ ਮਿਨਿਸਟਰੀ ਦੇ ਅੰਡਰ ਹੈ, ਜਿਹਦੇ ਮੰਤਰੀ ਅਨੁਰਾਗ ਠਾਕਰ ਜੀ ਨੇ। ਔਰ ਹੁਣ ਇਹ ਆਪਣੇ ਆਪ ਘੋੜੇ ਦੜਾਈ ਫਿਰਦੇ ਸਾਰੇ ਪਾਸੇ। ਟੈਂਡਰ ਗੁਰਬਾਣੀ ਲਈ ਟੈਂਡਰ ਸ਼ਬਦ ਕਹਿਣਾ ਮੇਰਾ ਖਿਆਲ ਆ ਬੜਾ ਔਖਾ ਸ਼ਬਦ ਆ, ਨਹੀਂ ਕਹਿਣਾ ਚਾਹੀਦਾ। ਗੁਰਬਾਣੀ ਤੇ ਸਾਂਝੀਵਾਲਤਾ ਦੀ ਗੱਲ ਹੈਗੀ ਆ। ਇਹਨਾਂ ਕੋਲ ਨਾ ਤਾਂ ਕੋਈ ਚੰਗੇ ਸਲਾਹਕਾਰ ਨੇ, ਨਾ ਕੋਈ। ਇਹ ਦੋਨਾਂ ਧਿਰਾਂ ਵਿੱਚ ਆਪਸੀ ਜਿਹੜੀ ਆ ਉਹ ਰਲਗੱਡ ਪੈ ਗਿਆ ਔਰ ਰੌਲਾ ਪੈ ਰਿਹਾ। ਗੁਰਬਾਣੀ ਦਾ ਕੀਰਤਨ ਤੇ ਪ੍ਰਵਾਹ ਚੱਲਣਾ ਹੀ ਹੈ, ਉਹ ਤਾਂ ਚੱਲ ਰਿਹਾ। ਔਰ ਇਹਦੇ ਵਿੱਚ ਇਹਨਾਂ ਦਾ ਟੈਂਡਰ ਖਤਮ ਹੋ ਰਿਹਾ 21 ਜੁਲਾਈ ਨੂੰ ਖਤਮ ਹੋ ਰਿਹਾ। ਹਾਂਜੀ। ਔਰ ਦੂਸਰੀ ਗੱਲ ਇਹ ਹੈ ਨਾ ਕਿ ਕੁਝ ਇਦਾਂ ਦਾ ਸਿਸਟਮ ਹੁੰਦਾ ਕਿ ਜਿਵੇਂ ਇਹਨੂੰ ਆਪਾਂ ਪ੍ਰੋਗਰਾਮਾਂ ਨੂੰ ਕਹਿ ਸਕਦੇ ਹਾਂ ਕਿ ਇੰਟੈਲੈਕਚੁਅਲ ਪ੍ਰਾਪਰਟੀ ਦੇ ਅੰਡਰ ਇਹ ਕੰਟਰੈਕਟ ਸਾਈਨ ਹੁੰਦੇ ਨੇ, ਔਰ ਉਸ ਤੋਂ ਬਾਅਦ ਰਾਈਟਸ ਹੋ ਜਾਂਦੇ ਨੇ ਉਸ ਚੈਨਲ ਕੋਲ ਜਿਹਦੇ ਨਾਲ ਕੰਟਰੈਕਟ ਸਾਈਨ ਹੋਇਆ। ਤੇ ਉਸ ਤੋਂ ਬਾਅਦ ਜਦੋਂ ਬਾਹਰ ਵਿਦੇਸ਼ਾਂ 'ਚ ਕਨੈਕਸ਼ਨ ਦਿੱਤਾ ਜਾਣਾ ਹੈ ਇਹਨਾਂ ਚੈਨਲਸ ਦਾ, ਤਾਂ ਉਹ ਚੈਨਲ ਦਾ ਕਨੈਕਸ਼ਨ ਕਿੰਨਾ ਹੈ, ਉਹ ਪੈਸੇ ਕਿੰਨੇ ਨੇ, ਉਹ ਫੀਸ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਮੁਨਾਫਾ ਹੁੰਦੀ ਹੈ। ਔਰ ਇਦਾਂ ਹੋਰ ਵੀ ਕਈ ਤਰੀਕੇ ਨੇ ਜਿਹਦੇ ਥਾਂ ਤੇ ਮੁਨਾਫਾ ਹੋ ਸਕਦਾ ਹੈ। ਜਿਹੜੇ ਐਂਟਰਟੇਨਮੈਂਟ ਵਾਲੇ ਇਹਨਾਂ ਕੋਲ ਪੈਸੇ ਲੈਂਦੇ ਆ, ਪੇਡ ਆ। ਜਦੋਂ ਤੁਸੀਂ ਲਓਗੇ ਨਾ ਡਿਜੀਟਲ ਦੇ ਜਿਹੜੇ ਤੁਹਾਡੇ ਘਰਾਂ 'ਚ ਚੱਲ ਰਹੇ ਕੇਬਲ ਦੇ ਰਾਹੀਂ ਜਦੋਂ ਚੱਲ ਰਿਹਾ, ਤਾਂ ਤੁਹਾਡੇ ਜਿਹੜਾ ਐਂਟਰਟੇਨਮੈਂਟ ਦਾ ਫੰਡ ਹੈਗਾ PTC ਪੈਸੇ ਲੈ ਰਿਹਾ ਉਹਦੇ 'ਤੇ। ਤੁਹਾਡੇ ਕੋਲ ਕੌਣ ਲੈ ਰਿਹਾ? ਨੈੱਟ ਚਲਾਉਣ ਵਾਲੇ। ਹੁਣ ਉਹ ਪਤਾ ਨਹੀਂ ਕਿਹਨਾਂ ਨੂੰ ਜਾਂਦਾ ਕੀ ਜਾਂਦਾ। 300 ਰੁਪਈਆ ਪਰ ਹਾਊਸ ਹੈ, ਪਰ ਹੈੱਡ, ਮਤਲਬ ਘਰ ਦੇ ਵਿੱਚ ਜਿਹੜਾ ਕਨੈਕਸ਼ਨ ਲੈਂਦੇ ਜੀ। ਹੁਣ ਉਹ ਪੈਸੇ ਕਿੱਧਰ ਜਾ ਰਿਹਾ? ਵੈਸੇ ਤਾਂ ਇੱਕ ਹਿਸਾਬ ਨਾਲ ਜੇ ਗੱਲ ਕਰੀਏ ਤੇ ਵੈਸੇ ਭਗਵੰਤ ਮਾਨ ਦੀ ਕੁਝ ਗੱਲ ਹੱਦ ਤੱਕ ਠੀਕ ਹੈਗੀ ਹੈ। ਐਂਟਰਟੇਨਮੈਂਟ ਵਾਲਾ ਲੈਣਾ ਤਾਂ ਪੈਸਾ ਲਓ। ਜਿਹੜੇ ਧਾਰਮਿਕ ਜਿਹੜੇ ਉਪਦੇਸ਼ ਨੇ ਜਾਂ ਗੁਰਬਾਣੀ ਦਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਉਹ ਸਰਵਣ ਕਰਨਾ ਚਾਹ ਰਹੇ ਲੋਕ, ਉਹ ਤਾਂ ਫ੍ਰੀ ਹੋਣੀ ਚਾਹੀਦੀ। ਉਹ 'ਚ ਇੱਕ ਪਾਈ ਵੀ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ। ਠੀਕ ਹੈ ਨਾ? ਉਹਦੇ ਵਿੱਚ ਤਾਂ ਹੈਗਾ ਹੀ ਆ। ਨਹੀਂ ਤਾਂ ਫਿਰ ਸੋਸ਼ਲ ਮੀਡੀਆ 'ਤੇ ਆ ਹੀ ਰਿਹਾ, ਫੇਸਬੁੱਕ 'ਤੇ ਆ ਰਿਹਾ, YouTube 'ਤੇ ਆ ਰਿਹਾ, ਸਾਰਾ ਕੁਝ ਹੈਗਾ ਵਾ। ਹੁਕਮਨਾਮਾ ਸਾਹਿਬ ਦਾ ਵੀ ਜੋ ਸਾਨੂੰ ਮਿਲਦਾ ਹੈ ਦਰਬਾਰ ਸਾਹਿਬ ਤੋਂ, ਉਹ ਵੀ ਮਿਲ ਜਾਂਦਾ, ਸਾਰਾ ਕੁਝ ਹੈਗਾ। ਪਰ ਜਿਹੜੀ ਇਸ ਤਰ੍ਹਾਂ ਟੈਕਨੀਕਲੀ ਡੇਲੀ ਲੋਕਾਂ ਨੂੰ ਮਿਲਣੀ ਆ, ਔਨ ਏਅਰ ਆਉਣਾ ਹੈਗਾ, ਟੈਲੀਕਾਸਟ ਹੋ ਰਿਹਾ, ਪ੍ਰਸਾਰਣ ਹੋ ਰਿਹਾ, ਉਹ ਫ੍ਰੀ ਆਫ ਕਾਸਟ ਹੋਣਾ ਚਾਹੀਦਾ ਜੀ। ਹੁਣ ਇਹ ਦੇਖੋ, ਪਰ ਜੇ ਇਹਦੇ ਉੱਤੇ ਰੋਕ ਲੱਗਦੀ ਹੈ ਔਰ ਇਹਨੂੰ ਕੋਈ ਹੋਰ ਰੋਕ ਤਾਂ ਗਵਰਨਰ ਸਾਹਿਬ ਜੇ ਲਾਉਣ ਤਾਂ ਲਾ ਸਕਦੇ ਆ, ਵੈਸੇ ਨਾ ਲਾਉਣ ਤਾਂ ਅੱਛੀ ਗੱਲ ਹੈ। ਹੋਰ ਰੂਪ ਦਿੱਤਾ ਜਾਂਦਾ ਹੈ ਲੋਕਾਂ ਵੱਲੋਂ। ਅਸੀਂ ਚੈਨਲ ਨਹੀਂ ਸਾਡਾ ਬੋਲ ਰਿਹਾ, ਲੋਕ ਬੋਲ ਰਹੇ। ਰਾਜਨੀਤੀਕਰਨ ਕੀਤਾ ਜਾਵੇ ਜੇ ਇਸ ਮੁੱਦੇ ਦਾ, ਤਾਂ ਇਹ ਬਹੁਤ ਅਫਸੋਸ ਵਾਲੀ ਗੱਲ ਹੋਏਗੀ। ਰਾਜਨੀਤੀ ਸਿਆਸੀ ਪੈਂਤੜਾ ਨਹੀਂ ਰੱਖਣਾ ਚਾਹੀਦਾ। ਇਹ ਅਫਸੋਸ ਵਾਲੀ ਗੱਲ ਹੋਏਗੀ ਕਿਉਂਕਿ ਇਹ ਸਿੱਧੀ ਸਾਦੀ ਗੁਰਬਾਣੀ ਨਾਲ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ। ਬਿਲਕੁਲ ਬਿਲਕੁਲ। ਜੋ ਪਵਿੱਤਰ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ। ਹਾਂ, ਵੈਸੇ ਜੋ ਬੋਲਦੇ ਸਿਆਸੀ ਤੌਰ ਤੇ ਉਹ ਗਲਤ ਬੋਲਦੇ ਆ। ਇੱਧਰੋਂ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ, ਉੱਥੋਂ ਨੂੰ ਵੀ ਗਲਤ ਬੋਲਦੇ ਆ। ਭਗਵੰਤ ਮਾਨ ਜੀ ਵੀ ਕਈ ਵਾਰੀ ਬੜਾ ਕੁਝ ਕਰ ਜਾਂਦੇ ਆ। ਇਹਨਾਂ ਨੂੰ ਇੱਕ ਸਿਆਸੀ ਲਿਮਟ ਦੇ ਵਿੱਚ ਰਹਿਣਾ ਚਾਹੀਦਾ। ਸੂਝ-ਬੂਝ ਦੇ ਨਾਲ ਪੜ੍ਹੇ ਲਿਖੇ ਤੌਰ ਤੇ ਗੱਲ ਕਰਨੀ ਚਾਹੀਦੀ ਹੈ। ਜੇ ਗੱਲ ਕਰੋ ਵੀ, ਜੇ ਆਪੋਜੀਸ਼ਨ ਨਾਲ ਗੱਲ ਕਰਨੀ ਹੈ ਤਾਂ ਉਦਾਹਰਣ ਦੇ ਕੇ ਆਰਗੂਮੈਂਟ ਕਰੋ। ਸਿੱਧੇ ਤੋਂ ਸਿੱਧਾ ਨਹੀਂ ਗੱਲ ਕਰਨੀ ਚਾਹੀਦੀ। ਉਹ ਵੀ ਡਾਇਰੈਕਟਲੀ ਕਰ ਰਿਹਾ, ਇਹ ਇਨਡਾਇਰੈਕਟਲੀ ਉਹਦਾ ਜਵਾਬ ਦੇ ਰਿਹਾ। ਹੁਣ ਜਿਹੜੀਆਂ ਗੱਲਾਂ ਸੁਖਬੀਰ ਬਾਦਲ ਨੇ ਕੀਤੀਆਂ, ਉਹਨਾਂ ਨੂੰ ਪਾਗਲ ਤੋਂ ਉਹਨੇ ਕਿਹਾ, ਇਹਨੇ ਉਹਦਾ ਜਵਾਬ ਵੀ ਉੱਦਾਂ ਹੀ ਉਲਟ ਦਿੱਤਾ। ਮੰਦਾ ਬੋਲਦੇ ਆ। ਨਵਜੋਤ ਸਿੱਧੂ ਨੇ ਜੋ ਕਿਹਾ ਵਾ ਉਹਦਾ ਉਲਟਾ ਜਵਾਬ ਇਹਨੇ ਦਿੱਤਾ। ਦੋਨਾਂ ਦਾ ਆਪਸੀ ਜਿੱਦਾਂ ਜਨਾਨੀਆਂ ਗਲੀ ਦੇ ਵਿੱਚ ਲੜਦੇ ਨੇ, ਮਿਹਣੋਂ ਦੇਣੀ, ਉਹ ਗੱਲ ਹੈਗੀ। ਇਹ ਦੂਜੀ ਤੀਜੀ ਦੇ ਸਟੂਡੈਂਟ ਲੜਦੇ ਆ, ਹੈ ਨਾ, ਉਹ ਮਾਰਦੇ, ਮੈਚੁਰਿਟੀ ਵਾਲੀ ਗੱਲ ਨਹੀਂ ਹੈਗੀ, ਫੱਟੀਆਂ ਸਲੇਟਾਂ ਮਾਰਦੇ, ਉਹ ਗੱਲ ਹੈਗੀ। ਨਾ ਇਹ ਗੱਲ ਮੰਦਾ ਬੋਲਣਾ ਕੋਈ ਮੈਚੁਰਿਟੀ ਵਾਲੀ ਗੱਲ ਨਹੀਂ। ਮਤਲਬ ਇਹ ਤੁਹਾਡਾ ਜੋ ਰੁਤਬਾ ਹੈ ਉਹਨੂੰ ਸ਼ੋਭਾ ਦਿੰਦੀਆਂ ਨੇ। ਮਤਲਬ ਤੁਸੀਂ ਇਹ ਕੀ ਕਰਦੇ ਪਏ ਹੋ? ਨਿਆਣਪੁਣਾ ਵੀ ਨਹੀਂ ਕਵਾਂਗੇ। ਮਤਲਬ ਇਹ ਕੀ ਕਰਦੇ ਪਏ ਹੋ? ਨਾ ਸਮਝੀਏ ਤੇ ਨਾ ਸਮਝੀ ਲੋਕਾਂ ਦੇ ਨੇਤਾ ਜੀ, ਪਬਲਿਕ ਲੋਕਾਂ ਦੇ ਸਾਹਮਣੇ ਕੀ ਉਦਾਹਰਣ ਪੇਸ਼ ਹੁੰਦੀ ਪਈ ਹੈ। ਨਹੀਂ, ਆਪਾਂ ਅੱਗੇ ਵੀ ਡਿਸਕਸ ਕੀਤਾ ਕਿ ਸਾਰੇ ਜਿਹੜੇ ਹੈਗੇ ਆ ਇੱਕ ਦੂਜੇ ਨਾਲ ਗਲਤ ਬੋਲਦੇ ਆ। ਬਿਲਕੁਲ। ਹੁਣ ਸਾਡੇ CM ਮਾਨ ਤੇ ਸਾਡੇ ਗਵਰਨਰ ਸਾਹਿਬ ਦੇ ਵਿੱਚ ਜਿਹੜਾ ਇਹ ਟਕਰਾਓ ਵੱਧਦਾ ਜਾ ਰਿਹਾ ਹੈ, ਭਾਵੇਂ ਇਹ ਆਫੀਸ਼ੀਅਲ ਟਕਰਾਓ ਹੈ, ਪਰ ਲੋਕਾਂ ਦੇ ਸਾਹਮਣੇ ਕੀ ਉਦਾਹਰਣ ਪੇਸ਼ ਹੋ ਰਹੀ ਹੈ। ਸਹੀ ਗੱਲ। ਮਤਲਬ ਕੁਝ ਸੂਝ-ਬੂਝ ਵਾਲੀ ਗੱਲ ਇਹਦੇ ਵਿੱਚ ਕੀ ਹੈਗੀ ਦੱਸੋ। ਵੈਸੇ ਜਿਹੜੇ ਡਿਸੀਜਨ ਜਾਂਦੇ ਆ, ਜਿਹੜੇ ਡਿਸੀਜਨ ਲੈਂਦੇ ਆ ਵਿਧਾਨ ਸਭਾ 'ਚ, ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਕਰਕੇ ਜਾਂਦੇ ਆ, ਗਵਰਨਰ ਸਾਹਿਬ ਕੋਲ ਜਾਂਦੇ ਆ। ਗਵਰਨਰ ਸਾਹਿਬ ਨੂੰ ਵੀ ਵੇਖਣਾ ਚਾਹੀਦਾ ਕਿ ਲੋਕਾਂ ਲਈ ਹੈ, ਭਗਵੰਤ ਮਾਨ ਦੇ ਲਈ ਨਹੀਂ ਹੈਗਾ। ਜਾਂ ਫਿਰ ਇਹ ਪਬਲਿਕ ਮੀਡੀਆ 'ਤੇ ਆ ਜਾਣ
ਕਿ ਆਹ ਗੱਲ ਇਹਦੇ 'ਚ ਮੈਨੂੰ ਮਤਲਬ ਬੁਰੀ ਲੱਗੀ ਹੈ। ਮਸਲੇ ਨੇ ਦੋਵੇਂ ਬੈਠ ਕੇ ਗਵਰਨਰ ਸਾਹਿਬ ਤੇ ਸੀਐਮ ਸਾਹਿਬ ਬੈਠ ਕੇ ਆਪਸ ਚ ਗੱਲ ਕਰ ਲੈਣ, ਡਿਸਕਸ ਕਰ ਲੈਣ। ਆਹ ਮੀਟਿੰਗ ਇੱਥੇ ਕਿਹੜੀ ਜ਼ਮੀਨ ਜਾਇਦਾਦ ਵੰਡਣੀ ਹੈ? ਹਾਂ, ਉਹ ਕਹਿੰਦਾ ਮੇਰੀ ਸਰਕਾਰ ਨਾ ਕਹੋ, ਜਦੋਂ ਬੋਲਦੇ ਆਂਦਾ ਮੈਂ ਮੇਰੀ ਸਰਕਾਰ ਨਹੀਂ ਕਹਿਣੀ। ਕਿ ਸਰਕਾਰ ਕਿਹਦੀ ਹੈਗੀ ਹੈ? ਸਰਕਾਰ ਫਿਰ ਪਬਲਿਕ ਦੀ ਸਰਕਾਰ ਹੈ, ਸਾਂਝੀ ਸਰਕਾਰ ਹੈਗੀ ਹੈ। ਫਿਰ ਉਹਦੇ ਵਿੱਚ ਆਂਦੇ ਵੀ ਇੱਕ ਜਹਾਜ਼ ਲੈ ਕੇ ਨਿਕਲ ਜਾਂਦਾ, ਜਾ ਕੇ ਉਹਦੇ 'ਚ ਹੈਗਾ ਮੈਂ ਇਹਨਾਂ ਦਾ ਜਹਾਜ਼, ਗਵਰਨਰ ਸਾਹਿਬ ਨੇ ਕਿਹਾ ਮੈਂ ਇਹਨਾਂ ਦਾ ਜਹਾਜ਼ ਨਹੀਂ ਲਊਂਗਾ, ਮੈਂ ਆਪਣਾ ਹੀ ਹੈਲੀਕਾਪਟਰ, ਮੈਂ ਆਪਣੇ ਘੋੜੇ ਤੇ ਜਾਊਂਗਾ, ਮੈਂ ਆਪਣਾ ਸੜਕੀ ਰਾਹ ਤੇ ਜਾਇਆ ਕਰਾਂਗਾ। ਦੇਖੋ ਕਿੰਨੀਆਂ ਗੱਲਾਂ ਹਾਂ ਰੋਡ ਗੱਲਾਂ ਥੋੜਾ ਨੇ ਇਹ, ਦੇਖੋ ਗੱਲਾਂ ਚੰਗੀਆਂ। ਦੇਖੋ ਗਵਰਨਰ ਸਾਹਿਬ ਨੇ ਹੈਲੀਕਾਪਟਰ ਯੂਜ਼ ਕਰਨਾ, ਇਹ ਉਹਨਾਂ ਦਾ ਰਾਈਟ ਹੈ, ਰਾਈਟ, ਕਿਉਂਕਿ ਉਹ ਸਟੇਟ ਦੇ ਗਵਰਨਰ ਨੇ, ਪਦਵੀ ਉਹਨਾਂ ਕੋਲ, ਕਿਉਂਕਿ ਉਹ ਆਫੀਸ਼ੀਅਲ ਕੰਮ ਵਾਸਤੇ ਹੀ ਲੈ ਰਹੇ ਨੇ, ਕਿਤੇ ਸ਼ਾਪਿੰਗ ਕਰਨ ਤਾਂ ਚੱਲੇ ਨਹੀਂ ਹੈਗੇ ਕਿ ਉਹਨਾਂ ਨੇ ਹੈਲੀਕਾਪਟਰ ਲੈ ਕੇ ਜਾਣਾ। ਮਤਲਬ ਇਹ ਬਚਕਾਨਾ ਜੀਆਂ ਗੱਲਾਂ ਨੇ ਕਿ ਉਹ ਹੈਲੀਕਾਪਟਰ ਲੈ ਕੇ ਜਾ ਰਹੇ ਨੇ। ਪਰ ਇਹਦੀ ਜਿਹੜੀ ਆਲੋਚਨਾ, ਇਹਦੀ ਕ੍ਰਿਟਿਸਾਈਜ਼ ਜਿਹੜੀ ਕਰ ਰਹੀ ਹੈ ਅਖਬਾਰਾਂ ਔਰ ਮੀਡੀਆ, ਜਿਹੜਾ ਇਲੈਕਟ੍ਰੋਨਿਕਸ ਮੀਡੀਆ ਸਾਰੇ ਕਰ ਰਹੇ, ਔਰ ਉਹ ਲੋਕਾਂ ਤੱਕ ਪਹੁੰਚ ਰਹੀ ਹੈ। ਬਿਲਕੁਲ ਇਹਨਾਂ ਨੂੰ ਮਤਲਬ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਤੁਸੀਂ ਸਟੇਟ ਵਾਸਤੇ ਕੰਮ ਕਰ ਰਹੇ ਹੋ, ਯੂ ਆਰ ਪ੍ਰੋਫੈਸ਼ਨਲਸ ਯਾਰ। ਵੈਸੇ ਪਹਿਲੀ ਵਾਰ ਹੋਇਆ, ਅੱਗੇ ਵੀ ਮੁੱਖ ਮੰਤਰੀ ਆਏ ਆ, ਅੱਗੇ ਵੀ ਗਵਰਨਰ ਰਹੇ ਆ, ਪਰ ਇੰਨੀ ਧੂਆ ਖਿੱਚੀ, ਇੰਨੀ ਘੜੀਸਾ ਬਾਜੀ ਔਰ ਇੰਨਾ ਧੱਕਾ ਮੁੱਕੀ ਕਦੀ ਨਹੀਂ ਹੋਇਆ। ਦੋਵਾਂ ਦਾ ਆਪਸੀ ਜਿਹੜੇ ਹੈ, ਇਹਦਾ ਨੁਕਸਾਨ ਪਬਲਿਕ ਨੂੰ ਉਠਾਉਣਾ ਪੈ ਰਿਹਾ, ਦੁਨੀਆ ਨੂੰ ਤਮਾਸ਼ਾ ਬਣਾ ਕੇ ਦਿਖਾਤਾ ਇਹਨਾਂ ਨੂੰ। ਗੁਆਂਢੀ ਦੇਸ਼ ਪਾਕਿਸਤਾਨ ਚੋਂ ਵੀ ਕਈ ਵਾਰੀ ਇੱਦਾਂ ਦੀ ਗੱਲਾਂ ਹੈਗੀਆਂ ਕਿ ਆਪੋ ਵਿੱਚ ਪੰਜਾਬ ਦੇ ਗਵਰਨਰ ਦੀ ਨਹੀਂ ਬਣਦੀ ਤੇ ਇਹਨਾਂ ਦੀ ਕੀ ਗੱਲ ਹੈਗੀ। ਮਤਲਬ ਇੱਕ ਪ੍ਰੋਫੈਸ਼ਨਲ ਹੋ ਤੁਸੀਂ, ਪ੍ਰੋਫੈਸ਼ਨਲ ਵਾਕਨ ਕੰਮ ਕਰੋ, ਤੁਸੀਂ ਸਟੇਟ ਵਾਸਤੇ ਕੰਮ ਕਰ ਰਹੇ ਹੋ। ਜੀ ਚਲੋ ਅੱਗੇ। ਸੋ ਅੱਗੇ ਵਧੀਏ। ਹਾਂ, ਅੱਗੇ ਇਹ ਹੈ ਜੀ ਕਿ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੈ ਜੀ, ਉਹਨੂੰ ਕਿੱਦਾਂ ਰੋਕਿਆ ਜਾਵੇ। ਇਹ ਹਿੰਸਾ ਬਹੁਤ ਜ਼ਿਆਦਾ ਵੱਧ ਗਈ ਹੈ, ਔਰ ਕਿਤੇ ਇਹ ਵੀ ਗੱਲ ਹੋਈ ਕਿ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਗਏ ਨੇ, ਅਮਰੀਕਾ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰੀ ਮਨੀਪੁਰ ਜਾ ਕੇ ਫੇਰੀ ਪਾਣੀ ਚਾਹੀਦੀ ਸੀ, ਕਿਉਂਕਿ ਆਪਣੇ ਘਰ ਅੱਗ ਲੱਗੀ ਹੋਈ ਹੈ ਤੇ ਤੁਸੀਂ ਬਾਹਰ ਚਲੇ ਗਏ ਹੋ, ਆਪਣੇ ਘਰ ਦਾ ਸਾਨੂੰ ਖਬਰਸਾਰ ਲੈ ਕੇ ਫਿਰ ਜਾਣਾ ਚਾਹੀਦਾ ਸੀ। ਇਹ ਵੀ ਗੱਲ ਹੋ ਰਹੀ ਹੈ। ਦੂਸਰੇ ਗ੍ਰਹਿ ਮੰਤਰੀ ਕੋਲੋਂ ਵੀ ਲੋਕੀ ਉਮੀਦ ਕਰਦੇ ਨੇ ਕਿ ਉਹ ਵੀ ਇਹਦੇ 'ਚ ਦਖਲਅੰਦਾਜ਼ੀ ਕਰਨ, ਇਹਦੇ ਬਾਰੇ ਕੋਈ ਗੱਲ ਕਰਨ। ਸੋ ਮਨੀਪੁਰ ਦੀ ਹਿੰਸਾ ਜਿਹੜੀ ਦੋ ਗਰੁੱਪਾਂ ਦੇ ਵਿੱਚ ਬਹੁਤ ਜ਼ਿਆਦਾ ਭੜਕੀ, ਹੁਣ ਉਹਨਾਂ ਉੱਤੇ ਮਿਲਟਰੀ ਤੈਨਾਤ ਹੈ, ਫਲੈਗ ਮਾਰਚ ਹੋ ਰਹੇ ਨੇ। ਇਹ ਮਤੋਈ ਇੱਕ ਉੱਥੋਂ ਦੀ ਟ੍ਰਾਈਬਲ ਕਮਿਊਨਿਟੀ ਹੈ, ਇੱਕ ਕੁਕੀ, ਦੋ ਕਮਿਊਨਿਟੀ ਦੋ ਨੇ। ਮਤੋਈ ਜਿਹੜੀ ਹੈਗੀ ਹੈ ਪਹਾੜਾਂ 'ਚ ਰਹਿੰਦੀ ਆ, ਔਰ ਉਹਨਾਂ ਕੋਲ ਪਹਾੜੀ ਖੇਤ ਆ, ਔਰ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਵੀ ਕਰ ਰਹੇ ਹੋ। ਔਰ ਤੀਜੀ ਗੱਲ ਹੈਗੀ ਉਹਨਾਂ ਨੂੰ ਟ੍ਰਾਈਬਲ ਸਟੇਟਸ ਦੇ ਦਿੱਤਾ ਉਹਨਾਂ ਨੇ, ਸੈਂਟਰ ਨੇ ਕਹਿਤਾ ਕਿ ਇਹਨਾਂ ਨੂੰ ਟ੍ਰਾਈਬਲ ਸਟੇਟਸ ਦੇ ਦਿਓ। ਇਹਦੀ ਵੀ ਆਪੋ ਵਿੱਚ ਲੜਾਈ ਹੋਈ ਆ ਦੋਨਾਂ ਦੀ। ਦੋ ਮੇਨ ਉੱਥੇ ਹੈਗੀਆਂ, ਇੱਕ ਨਾਗਾ ਵੀ ਕਮਿਊਨਿਟੀ ਉੱਥੇ ਹੈਗੀ ਆ, ਔਰ ਆਪੋ ਵਿੱਚ ਇਹਨਾਂ ਦਾ ਪੂਰੀ ਲੜਾਈ ਹੋਈ। ਔਰ ਇਹਨਾਂ ਨੇ 20,000 ਦਾ ਹਥਿਆਰ ਹੀ ਖੋਹ ਲਿਆ ਆਰਮੀ ਦਾ ਉੱਥੇ। ਔਰ ਉਹਦੇ ਵਿੱਚੋਂ ਇਹਨਾਂ ਨੇ, ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਆ ਰਿਹਾ ਵਾਂ ਤੁਹਾਡੇ ਕੋਲ, ਤਾਂ ਇਹ ਜਿਹੜੇ ਵੈਪਨ ਲਏ ਆ ਤੁਸੀਂ, ਇਹ ਸਰੈਂਡਰ ਕਰ ਦਿਓ, ਦੁਬਾਰਾ ਦੇ ਦਿਓ। ਉਹਦੇ ਵਿੱਚੋਂ ਕੁਝ ਲੋਕਾਂ ਨੇ ਦੇਤੇ ਆ, ਕੁਝ ਨਹੀਂ ਦੇ ਰਹੇ। ਔਰ ਇਹਨਾਂ 23 ਜੂਨ ਨੂੰ ਇੱਕ ਸਰਬ ਪਾਰਟੀ ਮੀਟਿੰਗ ਰੱਖ ਲਈ ਆ, ਜਿਸ 'ਚ ਸਾਰੀਆਂ ਪਾਰਟੀਆਂ ਆਉਣਗੀਆਂ, ਪਾਰਟੀਆਂ ਵੀ ਨਾਲ ਗੱਲਬਾਤ ਕਰਨਗੀਆਂ, ਔਰ ਸਾਰੀਆਂ ਪਾਰਟੀਆਂ ਦੀ ਬਹੁਤ ਵੱਡੇ ਪੱਧਰ 'ਤੇ ਮੀਟਿੰਗ ਹੋਊਗੀ, ਕਿਉਂਕਿ ਉੱਥੇ ਬਹੁਤ ਵੱਡਾ ਜਿਹੜਾ ਕਤਲਕਾਂਡ ਤੇ ਬੜੇ ਵੱਡੇ ਜਿਹੜੇ ਬਲੱਡ ਸ਼ੈਡ ਦੀ ਸਥਿਤੀ ਆ ਗਈ ਹੈ। ਔਰ ਉਹਦੇ ਵਿੱਚ ਜਿਹੜੇ ਪਹਾੜੀ ਏਰੀਏ 'ਚ ਰਹਿ ਰਹੇ ਨੇ ਮਤੋਈ, ਉਹਨਾਂ ਨੇ ਜਿਹੜੇ ਰਾਤ ਨੂੰ ਗੁਪੀਆ ਤਰੀਕੇ ਨਾਲ ਆ ਕੇ ਵੀ ਧਾਵਾ ਕਰਦੇ ਆ। ਲੜਾਈ ਖਾਸ ਤੌਰ 'ਤੇ ਉਹਨਾਂ ਦੀ ਆਪਸੀ ਆਪੋ ਵਿੱਚ ਹੀ ਹੈਗੀ ਆ, ਔਰ ਉਹਦੇ ਵਿੱਚ ਨੁਕਸਾਨ ਜਿਹੜਾ ਹੈਗਾ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਹੋ ਰਿਹਾ। ਇੱਕ ਉੱਥੇ ਇੱਕ ਮਾਰਕੀਟ ਆਪਾਂ ਉਹਦੀ ਗੱਲ ਕੀਤੀ ਸੀ, ਉਹ ਮਾਂ ਮਾਰਕੀਟ, ਮਦਰ ਮਾਰਕੀਟ ਆ, ਉਸ ਮਾਰਕੀਟ ਦੇ ਵਿੱਚ ਲੇਡੀ ਚਲਾਉਂਦੀਆਂ ਉਹਦੇ, ਔਰ ਉਹ ਲੇਡੀ ਵਿਚਾਰੀਆਂ ਜਦੋਂ ਕਰਫਿਊ ਲਗਾਤਾਰ ਕੰਟੀਨਿਊ ਲੱਗ ਰਿਹਾ, ਔਰ ਉਹਦੇ ਵਿੱਚ ਕੋਈ ਆਉਂਦਾ ਨਹੀਂ, ਲੋਕ ਭੁੱਖੇ ਭਾਣੇ ਵਿਚਾਰੇ ਰਹਿੰਦੇ ਆ। ਉਹ ਕਹਿੰਦੇ ਨੋ ਪ੍ਰੋਫਿਟ ਨੋ ਲਾਸ, ਤੇ ਅਸੀਂ ਸਾਰਾ ਕੁਝ ਵੇਚਾਂਗੇ, ਰੈਡੀਮੇਡ ਗਾਰਮੈਂਟਸ ਆ, ਬੜਾ ਕੁਝ ਹੈਗਾ। ਇੰਫਾਲ ਰਾਜਧਾਨੀ ਆ, ਉੱਥੇ ਬਿਲਕੁਲ ਐਸੀ ਚੁੱਪ ਹੋ ਗਈ ਆ, ਕੋਈ ਆਉਂਦਾ ਨਹੀਂਗਾ। ਔਰ ਆਰਮੀ ਵੀ ਉੱਥੇ ਹੱਥ ਖੜੇ ਕਰ ਰਹੀ ਹੈ। ਰਾਤ ਨੂੰ ਆਰਮੀ ਦੇ ਵੀ ਧਾਵਾ ਬੋਲ ਦਿੰਦੇ, ਕਿਉਂਕਿ ਉਹ ਲੋਕ ਲੋਕਲ ਨੇ, ਉਹਨਾਂ ਨੂੰ ਲੁਕਣਾ ਆਉਂਦਾ, ਉਹ ਮਾਰ ਕੇ ਫਿਰ ਲੁਕ ਜਾਂਦੇ ਪਹਾੜੀਆਂ 'ਚ। ਜਿਹੜੇ ਇੱਧਰ ਦੇ ਮੁੰਡੇ ਆਰਮੀ 'ਚ ਆ ਜਾਣਾ, ਪੁਲਿਸ 'ਚ ਆ ਜਾਣਾ, CRPF 'ਚ ਹੈਗੇ ਆ, ਉਹ ਵਿਚਾਰਿਆਂ ਨੂੰ ਪਤਾ ਨਹੀਂ ਟੋਪੋਗ੍ਰਾਫੀ ਦਾ, ਏਰੀਆ ਦਾ, ਇਹ ਪਤਾ ਨਹੀਂ ਕਿੱਧਰ ਨਿਕਲ ਜਾਂਦੇ ਆ। ਤੁਹਾਨੂੰ ਹੁਣ ਜਲੰਧਰ ਦੇ ਬਾਜ਼ਾਰਾਂ ਦਾ ਤੁਹਾਨੂੰ ਪਤਾ ਹੋਊਗਾ, ਜਿਹੜਾ ਬਾਹਰ ਅਨਨੋਨ ਆਉਂਦਾ ਉਹਨੂੰ ਤਾਂ ਬਾਹਰਾਂ ਦਾ ਪਤਾ ਨਹੀਂ, ਰਣਕ ਬਾਜ਼ਾਰ ਕਿੱਧਰ ਦੀ ਹੈਗਾ ਹੈ ਨਾ, ਤੇ ਸੈਦਾ ਗੇਟ ਕਿਸੇ ਪਾਸੇ ਹੈਗਾ, ਤੇ ਦੂਸਰੇ ਕੁੱਕੀ ਢਾਬ ਲੋਕਲ ਏਰੀਆ, ਲੋਕਲ ਮਾਰਕੀਟ ਦਾ। ਇਹ ਉੱਥੋਂ ਦੀ ਸਾਰੀ ਜਿਹੜੀ ਉੱਥੋਂ ਦੇ ਟ੍ਰਾਈਬਲ ਕਮਿਊਨਿਟੀ ਆ ਉਹ ਫਾਇਦਾ ਲੈ ਰਹੇ ਆ। ਪਰ ਹੁਣ ਇਸ ਵੇਲੇ ਇਹ ਕਾਂਗਰਸ ਨੇ ਕਿਹਾ ਕਿ ਇਹਨਾਂ ਦੀ ਦੇਰ ਨਾਲ ਅੱਖ ਖੁੱਲੀ ਹੈ, ਇਹਨਾਂ ਨੇ ਲੇਟ ਸਰਬ ਪਾਰਟੀ ਮੀਟਿੰਗ ਗੱਲ ਬੁਲਾਈ ਆ। ਜੇਕਰ ਪ੍ਰਧਾਨ ਮੰਤਰੀ ਸਾਹਿਬ ਇੱਕ ਸੰਦੇਸ਼ ਦੇ ਦਿੰਦੇ ਸਾਰਿਆਂ ਨੂੰ ਕਿ ਸੁਣੋ ਮੇਰੀ ਗੱਲ, ਮੈਂ ਉਹ ਮਨ ਕੀ ਬਾਤ 'ਚ ਕਹਿ ਦਿੰਦੇ ਕਿ ਤੁਸੀਂ ਇਹ ਗੱਲ ਮਤ ਕਰੋ, ਮੈਂ ਤੁਹਾਡੇ ਨਾਲ ਹਾਂਗਾ, ਜੋ ਕੁਝ ਤੁਹਾਡੇ ਮਸਲੇ ਨੇ, ਮੁੱਦੇ ਨੇ, ਉਹ ਮੇਰੇ ਕੋਲ ਲੈ ਕੇ ਆਓ, ਜਿੰਨੇ ਲੋਕਾਂ ਨਾਲ ਤੁਹਾਡੀ ਹੈਗੀ ਆ। ਕੇਂਦਰ ਨੇ ਤਾਂ ਵੈਸੇ ਕਹਿ ਦਿੱਤਾ ਸੀ ਉਹਨਾਂ ਦੀ ਟ੍ਰਾਈਬਲ, ਇੱਕ ਨੂੰ ਟ੍ਰਾਈਬਲ ਦਾ ਨਹੀਂ ਸੀ ਦਿੱਤਾ ਉਹਨਾਂ ਦਾ ਸਟੇਟਸ, ਉਹ ਉਹਨਾਂ ਨੇ ਦੇ ਦਿੱਤਾ, ਰਿਜ਼ਰਵੇਸ਼ਨ ਦਾ ਕੋਟਾ ਉਹਨਾਂ ਨੂੰ ਦੇ ਦਿੱਤਾ। ਉਹ ਸੈਂਟਰ ਨੇ ਕਹਿ ਦਿੱਤਾ ਕਿ ਦੇ ਦਿਓ ਪੰਜਾਬ, ਜਿਹੜੀ ਉਹਨਾਂ ਦੀ ਸੂਬਾ ਸਰਕਾਰ ਹੈ। ਔਰ ਜਿਹੜਾ ਸੂਬਾ ਸਰਕਾਰ ਦੇ ਪ੍ਰਧਾਨ ਮੁੱਖ ਮੰਤਰੀ ਨੇ ਬਰਨ ਜੀ, ਉਹਨਾਂ ਨੂੰ ਵੀ ਉਹਨਾਂ ਨੇ ਰੋਕਿਆ, ਉਹ ਬਰਨ ਸਿੰਘ ਜੀ, ਉਹਨਾਂ ਨੂੰ ਰੋਕ ਲਿਆ, ਉਹਨਾਂ ਦੀ ਵੀ ਕੋਈ ਗੱਲ ਨਹੀਂ ਸੁਣਦਾ। ਔਰ ਮੰਤਰੀਆਂ ਦੇ ਘਰ ਸਾੜ ਦਿੱਤੇ ਆ,
ਕੈਬਨਿਟ ਮੰਤਰੀ ਵਿਚਾਰੇ ਬਾਹਰ ਨਹੀਂ ਨਿਕਲਦੇ, ਸਿਕਿਉਰਿਟੀ ਉਹਨਾਂ ਦੇ ਵਿਚਾਰੇ ਘਰੋਂ ਘਰ ਬੈਠੀ ਆ। ਇਸ ਵੇਲੇ ਉੱਥੇ ਜਿਹੜੀਆਂ ਦੋ ਕਮਿਊਨਿਟੀਆਂ ਦਾ ਰਾਜ ਹੋ ਗਿਆ, ਸੈਂਟਰ ਦੇ ਹੱਥ ਜਿਹੜੇ ਉੱਥੋਂ ਸੁੰਨੇ ਹੋ ਗਿਆ, ਸਟੇਟ ਉੱਥੇ ਕੁਝ ਕਰਦਾ ਨਹੀਂ ਹੈਗਾ। ਇਹ ਵੈਸੇ ਤਾਂ ਸੈਂਟਰ ਨੇ ਕਹਿਤਾ ਵੀ ਇਹ ਕਾਂਗਰਸੀਆਂ ਨੇ ਭੜਥੂ ਪਾਇਆ ਸੀਗਾ ਪਹਿਲੋਂ ਦਾ। ਕਾਂਗਰਸ ਕਹਿੰਦੀ ਹੈ ਇਹਨਾਂ ਦੀ ਦੇਰ ਬਾਅਦ ਅੱਖ ਖੁੱਲੀ ਆ, ਕੋਈ ਨਾ ਕੋਈ ਸਾਜ਼ਿਸ਼ ਵੀ ਹੈ ਪਿੱਛੇ, ਕੋਈ ਨਾ ਕੋਈ ਕਿਸੇ ਜਿਹੜੀ ਸਾਜ਼ਿਸ਼ ਕਰਨ ਵਾਲੀ ਕੋਈ ਕਮੇਟੀ ਆ ਜਾਂ ਕੋਈ ਜਿਹੜੀ ਇਸ ਤਰ੍ਹਾਂ ਦੀ ਸਾਜ਼ਿਸ਼ ਕਰਨ ਵਾਲੀ ਏਜੰਸੀ ਆ, ਖੁਫੀਆ ਏਜੰਸੀ, ਇਹਦੇ ਤੇ ਵੀ ਉਹਨਾਂ ਦੀਆਂ ਨਜ਼ਰਾਂ ਹੈਗੀਆਂ। ਪਰ ਇਹਨਾਂ ਦੀ ਇੰਟੈਲੀਜੈਂਸ CBI ਜਿਹੜੀਆਂ ਖੁਫੀਆ ਏਜੰਸੀਆਂ ਉਹ ਕੀ ਕਰਦੀਆਂ, ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕੀ ਕੰਮ ਹੋ ਗਿਆ। ਇੱਕ ਇਹ ਵੀ ਹਵਾ ਵਗਦੀ ਪਈ ਹੈ ਜੀ ਕਿ ਇਹ ਸ਼ਰਾਰਤ ਕਰਵਾਈ ਗਈ ਹੈ। ਹਾਂ, ਇਹ ਵੀ ਹਵਾ ਹੈ ਹੋ ਸਕਦੀ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਕਿਸੇ ਕਾਰਕੁਨ ਨੇ ਜਾਂ ਰਾਜਨੀਤਿਕ ਪਾਰਟੀ ਦੇ ਕਿਸੇ ਧਿਰ ਨੇ ਇਹ ਸ਼ਰਾਰਤ ਕਰਵਾਈ ਹੈ। ਕੁਝ ਇਹ ਵੀ ਹਵਾ ਵਗਦੀ ਪਈ ਹੈ। ਵੈਸੇ ਸਟੇਟ 'ਚ ਹੁੰਦਾ ਜ਼ਰੂਰੀ ਆ, ਇੱਕ ਤਾਂ ਰਾਜ ਕਰ ਰਿਹਾ ਤੇ ਦੂਜਾ ਉਹਦੇ ਰਾਜ ਵਿੱਚੋਂ ਜਿਹੜਾ ਹੈਗਾ ਉਹ ਤੋੜ ਰਿਹਾ, ਲੱਤਾਂ ਖਿੱਚ ਰਿਹਾ। ਇਹ ਹਰ ਸੂਬੇ 'ਚ ਹੁੰਦਾ ਹੈ, ਪੰਜਾਬ 'ਚ ਵੀ ਹੈਗਾ, ਅਸੀਂ ਬਾਹਰਲੇ ਸੂਬੇ ਦੇ ਪੰਜਾਬ 'ਚ ਵੀ ਹੈਗਾ, ਰਾਜਸਥਾਨ 'ਚ ਵੀ ਹੈਗਾ, ਹਿਮਾਚਲ 'ਚ ਵੀ ਹੈਗਾ, ਹਰਿਆਣਾ 'ਚ ਵੀ ਖਾਸ ਕਰਕੇ। ਇਹ ਤਾਂ ਲੜਾਕੂ ਕੌਮ ਆ ਗਈ ਇੱਥੇ ਆਪਣੇ, ਕਿਉਂਕਿ ਆਪਾਂ ਵੀ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਤੇ ਮਾਰਨ ਲੱਗੇ ਪਿੱਛਾ। ਗੱਲ ਇਹ ਹੈ ਕਿ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜੇ ਆਪਸ ਦੀ ਲੜਾਈ ਹੋਵੇ ਤਾਂ ਥੋੜੇ ਦਿਨਾਂ ਬਾਅਦ ਠੀਕ ਹੋ ਜਾਏਗੀ। ਜੀ ਜੀ। ਪਰ ਜੇ ਆਪਸ ਦੀ ਲੜਾਈ ਨਹੀਂ ਹੈਗੀ, ਪਿੱਛੋਂ ਸ਼ੈ ਹੈ, ਪਿੱਛੋਂ ਸਪਲਾਈ ਚੇਨ ਹੈਗੀ ਹੈ, ਤਾਂ ਇਹ ਕਿਤੇ ਲੜਾਈ ਠੰਡੀ ਨਹੀਂ ਪਏਗੀ, ਇਹ ਮਗਦੀ ਰਹਿੰਦੀ ਹੈ। ਕਿਉਂਕਿ ਅਸੀਂ ਰਸ਼ੀਆ ਤੇ ਯੂਕਰੇਨ ਦਾ ਦੇਖ ਰਹੇ ਹਾਂ। ਮੈਂ ਵੀ ਉੱਥੇ ਆ ਰਿਹਾ ਸੀ, ਯੂਕਰੇਨ ਤੇ ਰਸ਼ੀਆ ਤੇ ਤਾਇਵਾਨ ਦਾ ਹੁਣ ਰੌਲਾ ਪੈ ਰਿਹਾ ਸੀ ਸਾਰਾ ਕੁਝ। ਸਪਲਾਈ ਚੇਨ ਹੈਗੀ। ਅਫਗਾਨਿਸਤਾਨ 'ਚ ਕੀ ਹੁੰਦਾ ਸੀ, ਅਫਗਾਨਿਸਤਾਨ ਨੇ ਜਦੋਂ ਆਪ ਹਥਿਆਰ ਚੁੱਕੇ, ਤਾਲਿਬਾਨ ਨੇ ਜਦੋਂ ਆਪ ਤੋਪਾਂ ਚੁੱਕੀਆਂ, ਆਪ ਮੋਟਰ ਗੰਨਾਂ ਚੁੱਕੀਆਂ ਮੋਢਿਆਂ ਤੇ, ਉਦੋਂ ਰਸ਼ੀਆ ਨੂੰ ਭਾਜੜ ਪੈ ਗਈ ਔਰ ਅਮਰੀਕਾ ਨੂੰ ਤਾਂ ਪਛਾਣ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਦੋਨੇ ਭੱਜੇ। ਇਸ ਵੇਲੇ ਤਾਲਿਬਾਨ ਜਾਂ ਜੋ ਮਰਜ਼ੀ ਹੈਗੀ ਉਹਨਾਂ ਦਾ ਰਾਜ ਉੱਥੇ, ਉਹਨਾਂ ਨੇ ਆਪਣੇ ਤਾਂ ਰਾਜ ਆਪ ਹੀ ਕਰਨਾ ਕਿ ਸਾਰਾ ਕੁਝ। ਕਿਸੇ ਜ਼ਮਾਨੇ 'ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਕਾਬਲ ਤੱਕ ਇਹਦੀਆਂ ਘੂਕਾਂ ਸੀਗੀਆਂ ਔਰ ਜੋ ਲਾਹੌਰ 'ਚ ਦੀ ਰਾਜਧਾਨੀ ਸੀਗੀ ਔਰ ਦੂਰ ਤੱਕ ਸਾਰਾ ਕੁਝ ਸਾਥ ਸੁਝਾ ਜਿਹੜੇ ਸੀ ਉਹਨਾਂ ਨੂੰ ਹਰਾ ਕੇ ਜਦੋਂ ਕੋਹਿਨੂਰ ਹੀਰਾ ਲਿਆਂਦਾ ਮਹਾਰਾਜਾ ਰਣਜੀਤ ਸਿੰਘ ਨੇ, ਉਧਰ ਦੀ ਲਿਆਂਦਾ ਸਾਰਾ। ਹੁਣ ਦੇਖੋ ਨਾ, ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਈਏ ਜੀ। ਪੁਰਾਣੇ ਵਕਤਾਂ 'ਚ ਦੋ ਪਰਿਵਾਰਾਂ ਦੀ ਆਪਸ ਦੀ ਖਾਨਦਾਨੀ ਦੁਸ਼ਮਣੀ, ਤਾਂ ਉਹ ਜਿਹੜੇ ਬੱਚੇ ਨਵੇਂ ਵੀ ਪੈਦਾ ਹੁੰਦੇ ਸੀ ਉਹਨਾਂ ਨੂੰ ਘਰੋਂ ਇਹ ਸਿੱਖਿਆ ਮਿਲਦੀ ਸੀ, ਤੇਰਾ ਚਾਚਾ ਮਾਰਿਆ ਸੀ ਉਹਨਾਂ ਨੇ ਬਦਲਾ ਲੈਣਾ ਹੈ। ਉਧਰੋਂ ਵੀ ਸਿੱਖਿਆ, ਤੇਰਾ ਫੁੱਫੜ ਮਾਰਿਆ ਸੀ ਬਦਲਾ ਲੈਣਾ ਹੈ। ਮਤਲਬ ਪੁਰਾਣੇ ਬਜ਼ੁਰਗ, ਪੁਰਾਣੀਆਂ ਮਾਵਾਂ, ਪੁਰਾਣੇ ਪਿਓ ਉਹ ਫੀਡ ਦਿੰਦੇ ਰਹਿੰਦੇ, ਉਹਨੂੰ ਦਿੰਦੇ ਰਹਿੰਦੇ ਭੋਜਨ, ਉਹਦੀ ਨਫ਼ਰਤ ਨੂੰ, ਤਾਂ ਕਿ ਉਹ ਤਿਆਰ ਹੋਵੇ ਬਦਲਾ ਲੈਣ ਵਾਸਤੇ। ਤੇ ਉਹ ਖਾਨਦਾਨੀ ਦੁਸ਼ਮਣੀਆਂ ਸਾਲਾਂ ਸਾਲ ਚੱਲਦੀਆਂ ਰਹਿੰਦੀਆਂ ਸੀ। ਇਹੀ ਚੀਜ਼ ਦੇਸ਼ਾਂ ਵਿੱਚ ਵੀ ਹੈ। ਪਿੱਛੋਂ ਜਿਹੜੇ ਸ਼ਹਿ ਦੇਣ ਵਾਲੇ ਨੇ ਨਾ, ਸਪਲਾਈ ਦੇਣ ਵਾਲੇ ਨੇ, ਜੇ ਉਹ ਠੰਡਾ ਨਹੀਂ ਪੈਣ ਦੇਣਗੇ ਤੇ ਮਾਰ ਕਾਟ ਚੱਲਦੀ ਰਹਿਣੀ, ਦੁਸ਼ਮਣੀਆਂ ਚੱਲਦੀਆਂ ਰਹਿਣੀਆਂ ਨੇ। ਸੋ ਗੱਲ ਤਾਂ ਸਾਰੀ ਇਹ ਹੈ। ਔਰ ਠੀਕ ਉਸੇ ਹੀ ਸੰਦਰਭ ਦੇ ਵਿੱਚ ਉਹ ਦੇਖਦੇ ਪਏ ਨੇ ਜਿਹੜੀ ਮਨੀਪੁਰ ਹਿੰਸਾ ਹੈ, ਉਹ ਪਿੱਛੋਂ ਕੋਈ ਬੈਠੇ ਨੇ ਜੋ ਸਪਲਾਈ ਚੇਨ ਦਿੰਦੇ ਪਏ ਨੇ, ਇਸ ਕਰਕੇ ਇਹ ਹਿੰਸਾ ਹੁੰਦੀ ਹੈ। ਔਰ ਅਸੀਂ ਪੂਰੇ ਦੇਸ਼ ਵਿੱਚ ਦੇਖੀਏ, ਜਿਹੜੇ 40-40 ਸਾਲ 50-50 ਸਾਲ ਪੁਰਾਣੇ ਮੁੱਦੇ ਅੱਜ ਵੀ ਹਰੇ ਹੋ ਜਾਂਦੇ ਨੇ, ਉਹ ਜ਼ਖਮ ਅੱਜ ਵੀ ਹਰੇ ਹੋ ਜਾਂਦੇ ਨੇ। ਕਿਉਂ? ਪਿੱਛੋਂ ਫੀਡ ਦੇਣ ਵਾਲੇ, ਪਿੱਛੋਂ ਖੁਰਾਕ ਦੇਣ ਵਾਲੇ ਬੈਠੇ ਨੇ, ਉਹ ਚੈਨ ਨਹੀਂ ਲੈਣ ਦਿੰਦੇ, ਉਹ ਸ਼ਾਂਤੀ ਨਹੀਂ ਹੋਣ ਦਿੰਦੇ। ਉਹ ਕਹਿੰਦੇ ਨੇ ਮਾਰਕਾਟ ਚੱਲਦੀ ਰਹੇ, ਕਿਉਂਕਿ ਉਸ ਮਾਰਕਾਟ ਦੇ ਸਿਰ ਦੇ ਉੱਤੇ ਉਹਨਾਂ ਦੀ ਦੁਕਾਨ ਚੱਲਦੀ ਹੈ ਰਾਜਨੀਤੀ ਦੀ। ਅਸੀਂ ਸਾਰੇ ਜਾਣਦੇ ਹਾਂ। ਇੱਕ ਗੱਲ ਹੋਰ ਮੈਂ ਇੱਥੇ ਇਜ਼ਾਫਾ ਕਰਨਾ ਚਾਹੂੰਗਾ, ਪੰਜਾਬ ਵਿੱਚ ਵੀ ਇਸ ਤਰ੍ਹਾਂ ਦਾ ਹੈਗਾ, ਇਹਨੂੰ ਕਹਿੰਦੇ ਭਾਜੀ ਮੋੜਨੀ। ਭਾਜੀ ਮੋੜਨੀ, ਜਦੋਂ ਕਤਲ ਕਿਸੇ ਨੇ ਕਰ ਦਿੱਤਾ ਤਾਂ ਉਹਦਾ ਦੂਜਾ ਕਤਲ ਉਸੇ ਖਾਨਦਾਨ ਦੇ ਮੁੰਡਿਆਂ ਨੇ ਕਰਨਾ ਕਿ ਅਸੀਂ ਭਾਜੀ ਮੋੜਤੀ ਤਾਂ ਅਸੀਂ ਜਿਉਣ ਜੋਗੇ ਰਹਿ ਗਏ, ਅਣਖ ਨਾਲ ਜੀਵਾਂਗੇ। ਫਰੀਦਕੋਟ 'ਚ ਇੱਕ ਪਿੰਡ ਹੈਗਾ, ਉਸ ਪਿੰਡ ਦੇ ਵਿੱਚ ਰੋਜ਼ ਦਿਹਾੜੀ ਕਤਲ ਹੁੰਦੇ ਰਹੇ ਆ ਔਰ ਉਹ ਭਾਜੀ ਮੋੜਨ ਵਾਲਾ ਕੰਮ ਰਿਹਾ। ਸਾਡੇ ਇੱਕ ਐਂਕਰ ਸੀਗਾ, ਉਹਨੇ ਦੱਸਿਆ ਸੀਗਾ ਕਿ ਇਹ ਉਸ ਪਿੰਡ ਦੇ ਵਿੱਚ ਹਮੇਸ਼ਾ ਕਤਲ ਹੁੰਦਾ। ਫਿਰ ਉਹਦਾ ਜਦੋਂ ਪਤਾ ਲੱਗਦਾ ਪੁਲਿਸ ਨੂੰ, ਆਂਦੇ ਵੀ ਪਿਛਲੇ ਮਹੀਨੇ ਇਹਨਾਂ ਦਾ ਬੰਦਾ ਮਾਰਤਾ ਸੀ, 2 ਮਹੀਨਿਆਂ ਬਾਅਦ ਇਹਨਾਂ ਨੇ ਉਹਦਾ ਬੰਦਾ ਮਾਰ ਦਿੱਤਾ। ਫਿਰ ਉਹ ਪੁਲਿਸ ਨੂੰ ਇਹ ਕਹਿੰਦੇ ਕਿ ਇਹਨੂੰ ਜੇਲ੍ਹ 'ਚ ਨਾ ਭੇਜਿਓ, ਜਿਹਨੇ ਬੰਦਾ ਮਾਰਿਆ ਜੇਲ੍ਹ 'ਚ ਨਾ ਭੇਜਿਓ, ਇਹਨੂੰ ਰਹਿਣ ਦਿਓ, ਇੱਦਾਂ ਹੀ ਅਸੀਂ ਕਰ ਲਾਂਗੇ ਇਹਨੂੰ ਸਾਰਾ ਕੁਝ। ਜੇ ਜੇਲ੍ਹ ਚਲੇ ਗਿਆ ਇਹਨੂੰ ਪ੍ਰੋਟੈਕਸ਼ਨ ਮਿਲ ਜਾਣੀ ਆ, ਇਹਨੇ ਬਚ ਜਾਣਾ। ਇਸ ਤਰ੍ਹਾਂ ਦੀਆਂ ਨੀਤੀਆਂ, ਇਸ ਤਰ੍ਹਾਂ ਦੀਆਂ ਜਿਹੜੀਆਂ ਭਾਜੀ ਚਾੜਨ ਵਾਲੀਆਂ, ਜਿਹਨੂੰ ਅਸੀਂ ਕਹਿ ਲਈਏ ਗਲਤ ਨੀਤੀਆਂ ਵੀ ਹੈਗੀਆਂ ਲੋਕਾਂ 'ਚ। ਲੋਕ ਸ਼ਾਂਤੀ ਨਾਲ ਜੀਉਣਾ ਘੱਟ ਰਹਿੰਦੇ ਆ ਔਰ ਉਹਦੇ ਵਿੱਚ ਖੂਨ ਖਰਾਬਾ ਕਰਕੇ ਜ਼ਿਆਦਾ ਖੁਸ਼ ਹੁੰਦੇ ਆ। ਔਰ ਇਹ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ। ਸਾਡੇ ਪੰਜਾਬ ਦੀ ਧਰਤੀ ਗੁਰੂ ਸਾਹਿਬਾਨ ਦੀ ਸਿੱਖਿਆ ਦੀ ਧਰਤੀ ਹੈ। ਸੋ ਅਸੀਂ ਗੱਲ ਕਰਾਂਗੇ ਹੁਣ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲ ਲਈ ਗਈ ਹੈ। ਵੈਸੇ ਇਹਦੇ ਉੱਤੇ ਨਾ ਇੱਕ ਹੋਰ ਵੀ ਗੱਲ ਕਰਦੇ ਨੇ ਕਿ 5 ਸਾਲ ਤੋਂ ਵੱਧ ਹੋ ਚੁੱਕੇ ਨੇ, ਇਲੈਕਸ਼ਨਸ ਨਹੀਂ ਹੋਈਆਂ ਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ, ਨੀਤੀਆਂ ਦੇ ਮੁਤਾਬਿਕ 5 ਸਾਲ ਤੋਂ ਵੱਧ ਜੇ ਹੋ ਜਾਵੇ ਤਾਂ ਉਹ ਕਾਰਜਕਾਰੀ ਰਹਿ ਜਾਂਦੀ ਹੈ। ਜੇ ਉੱਥੇ ਇਲੈਕਸ਼ਨਸ ਨਹੀਂ ਹੁੰਦੀ ਤੇ ਇਹ ਕਾਰਜਕਾਰੀ ਹੋ ਗਈ ਹੈ ਇਹ ਸੰਸਥਾ। ਇਹ ਵੀ ਸਵਾਲ ਉੱਠਦੇ ਪਏ ਨੇ ਬਲਕਾਰ ਜੀ। ਇਹ ਵੈਸੇ ਹੈ, ਜਦੋਂ ਪਹਿਲੇ ਜਥੇਦਾਰ ਹਰਪ੍ਰੀਤ ਸਿੰਘ ਸੀਗੇ ਔਰ ਉਹ ਕਾਰਜਕਾਰੀ ਸੀਗੇ, ਉਹ ਥੋੜ੍ਹੀ ਦੇਰ ਰਹੇ ਆ, ਬੜੇ ਵਿਦਵਾਨ ਸੀਗੇ ਔਰ ਬੜੇ ਫਾਰਸੀ ਉਰਦੂ ਦੇ ਵਿਦਵਾਨ ਨੇ।
ਔਰ ਉਸ ਤੋਂ ਬਾਅਦ ਉਹ ਰਹੇ ਨੇ। ਹੁਣ ਉਹਨਾਂ ਤੋਂ ਬਾਅਦ ਇਸ ਵੇਲੇ ਜਥੇਦਾਰ ਰਘਬੀਰ ਸਿੰਘ ਆ ਗਏ ਨੇ। ਉਹਨਾਂ ਦੇ ਵੱਲੋਂ ਜੋ ਉਹਨਾਂ ਨੇ ਸੇਵਾ ਸੰਭਾਲੀ ਆ, ਉਹਦਾ ਪਰੰਪਰਾ ਤੌਰ 'ਤੇ ਸਾਰੇ ਸੂਝਵਾਨ ਸਿੱਖਾਂ ਵੱਲੋਂ ਮਿਲ ਕੇ ਅਕਾਲ ਤਖਤ ਦੇ ਸਾਹਮਣੇ ਉਹਨਾਂ ਨੂੰ ਪਗੜੀਆਂ ਭੇਂਟ ਕੀਤੀਆਂ, ਉਹਨਾਂ ਨੂੰ ਸਰੋਪੇ ਭੇਂਟ ਕੀਤੇ ਉਹਨਾਂ ਦੇ ਸਿਰ 'ਤੇ। ਔਰ ਹਰਨਾਮ ਸਿੰਘ ਜਿਹੜੇ ਨੇ ਸਾਡੇ ਇੱਥੇ, ਉਹਨਾਂ ਵਰਗੇ ਨੇਤਾ ਔਰ ਤੋਂ ਅਕਾਲੀ ਦਲ ਦੇ ਨੇਤਾ ਔਰ ਉਹਦੇ ਵਿੱਚੋਂ ਬਾਕੀ ਜਿਹੜੇ ਹੈਗੇ ਆ ਨਿਹੰਗ ਸਿੰਘ, ਉਹਨਾਂ ਜਥੇਬੰਦੀਆਂ ਦੇ ਵੀ ਆਏ, 96 ਕਰੋੜੀਏ ਉਹਨਾਂ 'ਚੋਂ ਵੀ ਆਏ ਆ। ਔਰ ਸਾਰੇ ਜਿੱਥੇ ਜਿੱਥੇ ਚੱਲਦਾ ਵੀ ਹੀਰ ਆਇਆ ਹੈਗਾ, ਤਰਨਾ ਦਲ ਦੇ ਆਏ ਆ ਸਾਰੇ। ਔਰ ਅਕਾਲ ਤਖਤ ਦੇ ਸਾਹਮਣੇ ਐਸਾ ਨਜ਼ਾਰਾ, ਐਸਾ ਦੇਖਣ ਵਾਲਾ ਸੀਗਾ ਇਹ ਜਥੇਬੰਦਕ ਸਾਰਿਆਂ ਵੱਲੋਂ। ਔਰ ਉਹਦੇ ਵਿੱਚ ਇਹਨਾਂ ਨੂੰ ਉੱਥੇ ਬਿਠਾ ਕੇ ਔਰ ਉਹਨਾਂ ਕੋਲ ਅਰਦਾਸ ਵੀ ਸੁਣੀ, ਅਰਦਾਸ ਵੀ ਕੀਤੀ ਉਹਨਾਂ ਨੇ। ਔਰ ਉਹ ਬਹੁਤ ਵੱਡਾ ਜਿਹੜਾ ਇਹ ਗੱਲ ਬਣੀ ਹੈ ਸਾਰੇ ਦੇਸ਼ਾਂ ਵਿੱਚ। ਔਰ ਬਾਕੀ ਤੁਸੀਂ ਗੱਲ ਕੀਤੀ ਹੈ ਕਾਰਜਕਾਰੀ ਤਾਂ ਬਾਦਲ ਸਾਹਿਬ ਇੱਕ ਵਾਰੀ ਉਦੋਂ ਕਰ ਗਏ ਸੀ, ਇਹਨਾਂ ਨੂੰ ਬਣਾ ਗਏ ਸੀਗੇ। ਔਰ ਉਦੋਂ ਬਾਅਦ ਜਿਹੜਾ ਕਾਰਜਕਾਰੀ ਹੈ, ਇਹਨੂੰ ਕਿਸੇ ਵੇਲੇ ਵੀ ਉੱਥੋਂ ਹਟਾ ਕੇ ਦੂਸਰੇ ਜਿਹੜੇ ਜਥੇਦਾਰ ਲਿਆਂਦੇ ਜਾ ਸਕਦੇ ਆ। ਔਰ ਇਸ ਵੇਲੇ ਹਰਪ੍ਰੀਤ ਸਿੰਘ ਜੀ ਜਿਹੜੇ ਹੈ ਨੇ ਜਥੇਦਾਰ, ਉਹ ਤਲਵੰਡੀ ਸਾਬੋ ਦੇ ਤਖਤ ਦੇ ਜਿਹੜੇ ਹੈਗੇ ਨੇ ਸੇਵਾਦਾਰ, ਉੱਥੇ ਜਥੇਦਾਰ ਨੇ। ਔਰ ਜਿਹੜੇ ਤਖਤ ਕੇਸਗੜ੍ਹ ਦੇ ਪਹਿਲੋਂ ਇਹ ਜਥੇਦਾਰ ਰਘਬੀਰ ਸਿੰਘ ਜੀ ਤਖਤ ਕੇਸਗੜ੍ਹ ਆਨੰਦਪੁਰ ਸਾਹਿਬ ਦੇ ਜਥੇਦਾਰ ਸੀਗੇ, ਹੁਣ ਉੱਥੇ ਸੁਲਤਾਨ ਸਿੰਘ ਜੀ ਨੂੰ ਸੇਵਾ ਸੌਂਪ ਦਿੱਤੀ ਗਈ ਆ। ਔਰ ਇਹ ਇਸ ਵੇਲੇ ਬੜੀ ਵੱਡੀ ਸਿੱਖ ਸਮੁਦਾਇ ਵਿੱਚ ਵੱਡੀ ਚਰਚਾ ਵੀ ਹੋਈ ਆ। ਬਾਹਰਲੇ ਦੇਸ਼ਾਂ ਵਿੱਚ ਬੈਠੇ ਜਿਹੜੇ ਸਾਰੇ ਸਿੱਖ ਕੌਮ ਨੇ, ਬਾਕੀ ਜਿਹੜੇ ਦੂਸਰੀਆਂ ਕੌਮਾਂ ਨੇ, ਦੂਸਰੇ ਧਰਮ ਨੇ, ਉਹਨਾਂ ਨੇ ਬੜੇ ਸਤਿਕਾਰ ਅਦਬ ਨਾਲ ਇਸ ਖਬਰ ਨੂੰ ਵੇਖਿਆ ਔਰ ਇਹਦੀ ਵੀਡੀਓ ਵੀ ਵੇਖੀ ਹੈ। ਔਰ ਇਹ ਬਿਲਕੁਲ ਖਾਸ ਤੌਰ 'ਤੇ ਬੱਚੇ, ਬੁੜੇ ਔਰ ਔਰਤਾਂ ਨੇ ਬੜੇ ਤਰੀਕੇ ਨਾਲ ਵੇਖਿਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਸੀਗੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ। ਬਾਬਾ ਬੁੱਢਾ ਜੀ ਨੇ ਉੱਥੇ ਉਹਨਾਂ ਦੀ ਸੇਵਾ ਨਿਭਾਈ ਸੀਗੀ ਔਰ ਪਹਿਲੇ ਜਥੇਦਾਰ ਉਹ ਸੀਗੇ। ਔਰ ਉਸ ਤੋਂ ਬਾਅਦ ਜਥੇਦਾਰ ਆਉਂਦੇ ਰਹੇ, ਬੜੇ ਹੋਏ। ਔਰ ਉਹਦੀ ਉਪਾਧੀ ਜਿਹੜੀ ਹੈਗੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਔਰ ਉਹਦੇ ਵੱਲੋਂ ਸਿੱਖਾਂ ਵੱਲੋਂ ਜਿਹੜੀ ਸਾਰੀ ਸਮੁਦਾਇ ਨੇ ਜਥੇਬੰਦੀਆਂ ਉਹ ਕਰਦੀਆਂ। ਔਰ ਇਹਦੇ ਵਿੱਚ ਬਾਬਾ ਹਰਪ੍ਰੀਤ ਜਿਹੜੇ ਜਥੇਦਾਰ ਜੀ ਨੇ, ਉਹਨਾਂ ਨੇ ਵੈਸੇ ਕਿਹਾ ਸੀਗਾ ਕਿ ਮੈਂ ਕਿਸੇ ਨਾਰਾਜ਼ਗੀ ਨਾਲ ਹੀ, ਮੈਂ ਆਪਣੀ ਇੱਛਾ ਨਾਲ ਹੀ ਇੱਥੋਂ ਜਾ ਰਿਹਾ। ਔਰ ਉਹਦੇ ਵਿੱਚ ਪਰ ਉਹਨਾਂ ਦੀ ਤਲਖ ਅੰਦਾਜ਼ੀ ਥੋੜ੍ਹੀ ਜਿਹੀ ਵਿਰਸਾ ਸਿੰਘ ਵਲਟੋਆ ਨਾਲ ਹੋਈ ਹੈ। ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ ਇਹਨਾਂ ਨੂੰ ਇੱਥੋਂ ਕੱਢਿਆ ਗਿਆ, ਇਹ ਆਪ ਨਹੀਂ ਗਏ, ਸਾਰਾ ਕੁਝ ਹੈਗਾ। ਪਰ ਉਹਨਾਂ ਨੇ ਜਵਾਬ 'ਚ ਇਹ ਕਿਹਾ ਕਿ ਇਹ ਗੱਲ ਕਹਿਣੀ ਬਣਦੀ, ਉਹਨਾਂ ਨੇ ਕਿਹਾ ਕਿ ਜੇ ਤੁਸੀਂ ਐਲੀਜੀਬਲ ਜੇ ਤਾਂ ਤੁਸੀਂ ਜਥੇਦਾਰ ਬਣ ਕੇ ਦਿਖਾਓ, ਤੁਸੀਂ ਬਣ ਜਾਓ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, ਕਿਉਂਕਿ ਉਹ ਵੀ ਵਿਦਵਾਨ ਨੇ। ਔਰ ਵਿਰਸਾ ਸਿੰਘ ਵਲਟੋਆ ਬੜੇ ਪੁਰਾਣੇ ਨੇਤਾ ਨੇ ਅਕਾਲੀ ਦਲ ਦੇ, ਉਹ ਬੜੇ ਸੂਝਵਾਨ ਤੇ ਬੜਾ ਹੈ। ਪਰ ਜੇ ਅਸੀਂ ਕਹਿੰਦੇ ਬਾਕੀ ਪਾਰਟੀਆਂ ਆਪੋ ਵਿੱਚ ਧੂਕ ਸੀਟ ਔਰ ਆਪੋ ਵਿੱਚ ਗਲਤ ਕਾਂਗਰਸ ਕਰਦੀ ਆ ਜੀ, ਆਪ ਕਰਦੀ ਆ, ਤੇ ਧਾਰਮਿਕ ਸੰਸਥਾਵਾਂ ਵਿੱਚ ਕਿਹੜੀ ਘੱਟ ਹੈ, ਇਹਦੇ 'ਚ ਵੀ ਹੁੰਦਾ। ਜਥੇਦਾਰ ਵੀ ਆਪਸੀ ਜਿਹੜੇ ਆ ਸਿਆਸੀ ਮਾਮਲਿਆਂ ਦੇ ਨਾਲ ਗੱਲਾਂ ਕਰਦੇ ਆ। ਹੋ ਸਕਦਾ ਇਹਨਾਂ ਦੇ ਪਿੱਛੇ ਕੋਈ ਸਿਆਸਤ ਆ ਜਾਂ ਕੀ ਹੈਗਾ, ਸੋਚ ਹੈ, ਬਹੁਤ ਵੱਡੀ ਪਦਵੀ ਹੈ ਬਲਕਾਰ ਜੀ, ਸੋਚ ਹੈ ਜੀ। ਜੇ ਸੋਚ ਗਲਤ ਹੋ ਗਈ ਤਾਂ ਬੰਦਾ ਆਪਣੇ ਆਪ ਗਲਤ ਕੰਮ ਕਰਨ ਲੱਗ ਪਊਗਾ। ਵਿਅਕਤੀਗਤ ਸੋਚ ਹੋ ਗਈ ਨਾ, ਵਿਅਕਤੀਗਤ ਸੋਚ ਹੋ ਗਈ। ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਜਿੰਨਾ ਗਿਆਨ ਹੈ ਸਾਰੇ ਗ੍ਰੰਥਾਂ ਦਾ, ਉਹਦਾ ਨਿਚੋੜ ਕੀ ਹੈ? ਕਹਿੰਦਾ ਉਹ ਨਿਚੋੜ ਹੈ ਕਦੀ ਕਿਸੇ ਦਾ ਬੁਰਾ ਨਾ ਸੋਚੋ। ਜਦੋਂ ਤੁਸੀਂ ਕਦੀ ਕਿਸੇ ਦਾ ਬੁਰਾ ਸੋਚੋਗੇ ਹੀ ਨਹੀਂ ਤਾਂ ਬੁਰਾ ਤੁਸੀਂ ਕਰਨਾ ਕਿੱਥੋਂ ਹੈ? ਸਾਰੀ ਗੇਮ ਤਾਂ ਸੋਚ ਦੀ ਹੈ। ਸੋਚ ਸਹੀ ਤੇ ਸਭ ਕੁਝ ਸਹੀ, ਸੋਚ ਬੁਰੀ ਤਾਂ ਸਭ ਕੁਝ ਬੁਰਾ। ਹੁਣ ਇਹ ਸੋਚ ਦਾ ਇਲਾਜ ਗੁਰੂ ਸਾਹਿਬ ਕਰਦੇ ਨੇ ਬਾਣੀ ਦੇ ਨਾਲ। ਹੁਣ ਉਸ ਦੇ ਉੱਤੇ ਆਪਾਂ ਅਮਲ ਨਹੀਂ ਕਰਦੇ ਤੇ ਫਿਰ ਸੋਚ ਸਾਡੀ ਸਹੀ ਕਿੱਥੋਂ ਹੋਣੀ ਹੈ? ਸੋਚ ਗਲਤ ਹੋ ਜਾਂਦੀ ਹੈ, ਸਾਰੇ ਸਿਆਸਤ ਵੀ ਗਲਤ ਹੋ ਜਾਂਦੀ। ਜੇ ਸਿਆਸਤ ਦੇ ਵਿੱਚ ਵੀ ਸਹੀ ਸੋਚ ਹੋਵੇ ਤਾਂ ਸਿਆਸਤ ਕੋਈ ਮਾੜੀ ਥੋੜਾ ਹੈ। ਇਹ ਤਾਂ ਬੰਦਿਆਂ ਦੀ ਮਾੜੀ ਸੋਚ ਕਰਕੇ ਕੋਈ ਵੀ ਖੇਤਰ ਹੈ ਉਹ ਮਾੜਾ ਹੋ ਸਕਦਾ ਹੈ। ਗੱਲ ਕਸੂਰ ਮਾੜੀ ਸੋਚ ਦਾ। ਪਰ ਹੁਣ ਸੋਸ਼ਲ ਮੀਡੀਆ ਇੱਕਦਮ ਬਾਹਰ ਲੈ ਆਉਂਦਾ ਜਿਹੜੀ ਗੱਲ ਹੁੰਦੀ ਹੈ ਨਾ। ਹਾਂਜੀ, ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਜੋ ਬੋਲਿਆ, ਜੋ ਵਿਰਸਾ ਸਿੰਘ ਵਲਟੋਆ ਜੀ ਨੇ ਬੋਲਿਆ, ਆਪਸੀ ਉਹਨਾਂ ਦੀ ਖਹਿਬਾਜ਼ੀ ਆਈ ਆ। ਕਿਉਂਕਿ ਇੱਕ ਵੱਡੀ ਉਪਾਧੀ ਤੋਂ ਆਏ ਨੇ, ਹੁਣ ਵੀ ਵੱਡੀ ਉਪਾਧੀ ਤੇ ਹੈਗੇ ਆ। ਤਲਵੰਡੀ ਸਾਬੋ ਦੇ ਜਥੇਦਾਰ ਨੇ ਗੁਰਦੁਆਰਾ ਸਾਹਿਬ ਦੇ। ਔਰ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ। ਵਿਰਸਾ ਸਿੰਘ ਵਲਟੋਆ ਨੂੰ ਵੀ ਜੇ ਗੱਲ ਕਰਨੀ ਹੈ ਤਾਂ ਆਪਸੀ ਬਹਿ ਕੇ ਕਰ ਲੈਣ। ਸੋਸ਼ਲ ਮੀਡੀਆ ਤੇ ਨਹੀਂ ਇਸ ਤਰ੍ਹਾਂ ਦੇ ਉਪਦੇਸ਼, ਇਸ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਮੈਂ ਤਾਂ ਸੋਚਦਾ ਜਿਵੇਂ ਮੋਦੀ ਸਾਹਿਬ ਬਾਈਡਨ ਸਾਹਿਬ ਵਾਸਤੇ ਦੇਸੀ ਘਿਓ ਲੈ ਕੇ ਗਏ ਨੇ ਨਾ, ਉਵੇਂ ਇਹ ਆਪਸ ਵਿੱਚ ਵੀ ਇੱਕ ਦੂਜੇ ਨੂੰ ਜਦੋਂ ਮਿਲਣ ਦੇਸੀ ਘਿਓ ਲੈ ਕੇ ਜਾਣ ਤੇ ਨਾਲ ਸ਼ੱਕਰ ਵੀ ਲੈ ਕੇ ਜਾਣ, ਦੇਸੀ ਸ਼ੱਕਰ, ਮਿੱਠੇ ਹੋ ਜਾਣ ਤੇ ਕੜਵੇ ਨਾ ਰਹਿਣ, ਘਿਓ ਸ਼ੱਕਰ ਖਾਣ ਤੇ ਆਪਣੇ ਸਾਰੇ ਸੰਬੰਧ ਮਿੱਠੇ ਕਰਨ, ਬਿਲਕੁਲ ਮਜ਼ਾ ਆ ਜਾਵੇ। ਸੋ ਆਪਾਂ ਅੱਗੇ ਤੁਰੀਏ ਜੀ, ਜ਼ਰੂਰ ਅੱਗੇ ਜੀ। ਹੁਣ ਮਿਸ਼ਨ 2024 ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਹੁਣ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਪਟਨਾ ਸਾਹਿਬ ਦੇ ਵਿੱਚ। ਨਿਤਿਸ਼ ਕੁਮਾਰ ਜੀ ਨੇ ਸਭ ਨੂੰ ਸੱਦਾ ਦਿੱਤਾ ਹੋਇਆ ਹੈ। ਕੇਜਰੀਵਾਲ ਸਾਹਿਬ ਕਹਿੰਦੇ ਨੇ ਜਿਹੜਾ ਆਰਡੀਨੈਂਸ ਪਾਸ ਹੋ ਰਿਹਾ ਹੈ 19 ਮਈ ਨੂੰ ਦਿੱਤਾ ਹੈ, ਉਸ ਆਰਡੀਨੈਂਸ ਦੇ ਉੱਤੇ ਆਪਾਂ ਸਾਰੇ ਖੜੇ ਹੋ ਜਾਈਏ ਇਕੱਠੇ ਹੋ ਕੇ ਉਹਦੇ ਵਿਰੋਧ ਦੇ ਵਿੱਚ। ਕਿਤੇ ਸਾਰਾ ਦਾ ਸਾਰਾ ਰਾਜ ਪਾਠ ਜੇ ਸਰਕਾਰ ਕੋਲ, ਕੇਂਦਰ ਕੋਲ ਚਲਾ ਗਿਆ ਤਾਂ ਆਪਾਂ ਕੀ ਕਰਾਂਗੇ?
ਤਾਂ ਇਹ 2024 ਦੇ ਵਾਸਤੇ ਸਾਰੇ ਇਕੱਠੇ ਹੋ ਕੇ ਮੋਦੀ ਸਾਹਿਬ ਔਰ ਬੀਜੇਪੀ ਨੂੰ ਹਰਾਉਣ ਵਾਸਤੇ ਸਾਰੇ ਹੀਲੇ ਕਰਨ ਦੀ ਸਾਰੀ ਸਟ੍ਰੈਟਜੀ ਤਿਆਰ ਕਰਨੀ ਹੈ। ਇਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਰੇ ਜਿਹੜੇ ਵਿਰੋਧੀ ਨੇਤਾ ਨੇ ਜਾਂ ਜਿੰਨੇ ਆਗੂ ਨੇ ਇਹ ਪਹੁੰਚ ਰਹੇ ਆ। ਉੱਥੇ ਗਾਂਧੀ ਮੈਦਾਨ ਆ ਬਹੁਤ ਵੱਡਾ, ਉਹਦੇ ਵਿੱਚ ਵੀ ਉਹਨਾਂ ਦੀ ਬੈਠਕ ਆ ਔਰ ਜੋ ਨਿਤਿਸ਼ ਕੁਮਾਰ ਜੀ ਨੇ ਇਹਨਾਂ ਨੂੰ ਸੱਦਾ ਦਿੱਤਾ ਸਾਰਿਆਂ ਨੂੰ, ਕਿਉਂਕਿ ਉਹ 2 ਟਰਮਸ ਤੱਕ ਉੱਥੋਂ ਦੇ ਮੁੱਖ ਮੰਤਰੀ ਬਣੇ ਆ। ਪਹਿਲੋਂ ਲੱਲੂ ਯਾਦਵ ਔਰ ਰਾਬੜੀ ਉਹਨਾਂ ਦੀ ਵਾਈਫ ਰਹੇ ਆ ਬਹੁਤ ਦੇਰ ਪਹਿਲੋਂ, ਔਰ ਲਾਲੂ ਜੀ ਤੇ ਰੇਲਵੇ ਮੰਤਰੀ ਵੀ ਰਹੇ ਆ ਔਰ ਬੜੇ ਵੱਡੇ ਨੇਤਾ ਨੇ। ਐਤਕੀ ਉਹਨਾਂ ਦੇ ਉਪ ਮੰਤਰੀ, ਉਹਨਾਂ ਦੇ ਤੇਜਸਵੀ ਉਹਨਾਂ ਦੇ ਬੇਟਾ ਨੇ ਔਰ ਉਹਨਾਂ ਦੀ ਪਾਰਟੀ ਵੀ ਬੜੀ ਉੱਥੋਂ ਦੀ ਪ੍ਰਮੁੱਖ ਪਾਰਟੀ ਆ। ਬਿਹਾਰ ਬਹੁਤ ਵੱਡਾ ਸੂਬਾ ਰਿਹਾ, ਇਹਦੇ ਵਿੱਚੋਂ ਬੰਗਾਲ ਵੀ ਇਹਦੇ ਵਿੱਚੋਂ ਨਿਕਲਿਆ ਹੈਗਾ ਔਰ ਰਾਂਚੀ ਬਿਹਾਰ ਦੇ ਨਾਲ ਲੱਗਦਾ ਦੂਜਾ ਸੂਬਾ ਜਿਹੜਾ ਬਣਿਆ ਉਹ ਹੈ। ਤੇ 3 ਸੂਬਿਆਂ ਦਾ ਮਾਲਕ ਰਿਹਾ ਹੈ। ਹੁਣ ਇਸ ਵੇਲੇ ਬਿਹਾਰ ਫਿਰ ਵੀ ਵਿਸ਼ਾਲ ਸੂਬਾ ਹੈਗਾ ਔਰ ਇਹਦੀ ਇਸ ਵੇਲੇ ਜਿਹੜੀ ਇਹਦੇ ਉੱਤਰਾਧਿਕਾਰੀ ਨੇ ਜਿਹੜਾ ਕੰਮ ਕਰ ਰਿਹਾ ਨਿਤਿਸ਼ ਕੁਮਾਰ ਜੀ ਹੈ ਔਰ ਉਹਨਾਂ ਨੇ ਉੱਥੇ ਬੁਲਾ ਲਏ ਸਾਰੇ ਨੇਤਾ। ਉਹਦੇ ਵਿੱਚ ਸਾਰੇ ਰਾਹੁਲ ਗਾਂਧੀ ਦੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਉਹ ਵੀ ਉੱਥੇ ਪਹੁੰਚ ਰਹੀ ਹੈ। ਮਮਤਾ ਬੈਨਰਜੀ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਆ ਬੰਗਾਲ ਉਹ ਵੀ ਉੱਥੇ ਪਹੁੰਚ ਰਹੇ ਆ ਔਰ ਪੰਜਾਬ ਤੋਂ ਆਪਣੇ ਮੁੱਖ ਮੰਤਰੀ ਸਾਹਿਬ ਵੀ ਉੱਥੇ ਪਹੁੰਚ ਚੁੱਕੇ ਆ ਔਰ ਉਹਦੇ ਨਾਲ ਬਾਕੀ ਸੂਬਿਆਂ ਦੇ ਹਰਿਆਣਾ ਤੇ ਬਾਕੀ ਜਿੰਨੇ ਜਿੱਥੇ ਆਪੋਜੀਸ਼ਨ ਬੈਠੀ ਹੈ ਉਹ ਸਾਰੀਆਂ ਉੱਥੇ ਪਹੁੰਚ ਚੁੱਕੇ ਆ ਔਰ ਹਿਮਾਚਲ ਨਾਲ ਦਾ ਸੂਬਾ ਉੱਥੋਂ ਵੀ ਸੁਖਵਿੰਦਰ ਸੁਖੀ ਜਿਹੜੇ ਮੁੱਖ ਮੰਤਰੀ ਨੇ ਉਹ ਪਹੁੰਚ ਚੁੱਕੇ ਆ। ਇਸ ਤਰ੍ਹਾਂ 1 ਬਾਈ 1 ਅਸੀਂ ਗਿਣੀਏ ਤੇ ਤਮਾਮ ਹਿੰਦੁਸਤਾਨ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਨੇਤਾ ਉੱਥੇ ਪਹੁੰਚ ਚੁੱਕੇ ਆ ਔਰ ਇੰਨਾ ਖਰਚਾ ਇਕੱਲਾ ਚੱਲਿਆ ਨਿਤਿਸ਼ ਕੁਮਾਰ ਜੀ ਨੇ ਜਿਹੜੇ ਉਸ ਵੇਲੇ ਮੁੱਖ ਮੰਤਰੀ ਨੇ, ਚਾਹੇ ਸਰਕਾਰੀ ਜਾਂ ਜਿੰਨਾ ਵੀ ਮੰਨ ਲਓ, ਪਰ ਫਿਰ ਵੀ ਉਹਨਾਂ ਲਈ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਕੁਝ ਉੱਥੇ ਹੈ। ਪਰ ਮਕਸਦ ਮਨਸੂਬਾ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੁੱਟ 'ਚ ਆ ਜਾਓ, ਗਠਬੰਧਨ ਨੂੰ ਸਟਰੋਂਗ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਮੋਦੀ ਸਾਹਿਬ ਫਿਰ ਇਸ ਕੁਰਸੀ ਤੇ ਪਲਾਕੀ ਮਾਰ ਕੇ ਨਾ ਪੈ ਜਾਣ। ਇਹਦੇ ਵਿੱਚੋਂ ਅਸੀਂ ਸੋਚੀਏ ਕਿ ਇਹਦੇ ਵਿੱਚੋਂ ਅਸੀਂ ਕਿਹਨੂੰ ਬਣਾਉਣਾ ਔਰ ਇਹਦੇ ਵਿੱਚ ਇਹ ਵੀ ਕਸ਼ਮਕਸ਼ ਰਹੀ ਹੈ ਕਿ ਇਹਨਾਂ ਨੇ ਸੋਚਿਆ ਵੀ ਇਹਦੇ ਵਿੱਚੋਂ ਕਿਹਨੂੰ ਬਣਾਈਏ, ਰਾਹੁਲ ਗਾਂਧੀ ਨੂੰ ਜਾਂ ਕਿਹਨੂੰ। ਨਿਤਿਸ਼ ਕੁਮਾਰ ਤੇ ਗੁਣਾ ਪੈਂਦਾ ਰਿਹਾ। ਗੁਣਾ ਮਤਲਬ ਉਹਨਾਂ ਦੇ ਤੇ ਗੱਲ ਹੋਈ ਹੈ ਕਿ ਇਹ ਰਿਸਪੌਂਸਿਬਿਲਟੀ ਬੜੇ ਸਿਆਸੀ ਬੰਦੇ ਨੇ ਔਰ ਉਹਨਾਂ ਦੇ ਇਹ ਸਾਰੇ ਉਹਦੇ ਵਿੱਚ ਰਜਾਮੰਦੀ ਦਿਖਾਈ, ਸਾਰਿਆਂ ਨੇ ਜ਼ਿੰਮੇਵਾਰੀ ਸੌਂਪਣ ਲਈ ਬਣ ਗਏ ਆ ਔਰ ਇਹਦੇ ਵਿੱਚ ਵੇਖੋ ਕੀ ਕੁਝ ਨਿਕਲਦਾ। ਪਰ ਸਾਰੀਆਂ ਅਖਬਾਰਾਂ ਦੀ, ਸਾਰੇ ਇਲੈਕਟ੍ਰੋਨਿਕਸ ਮੀਡੀਆ ਦੀ ਉੱਥੇ ਅੱਖ ਹੈ ਕਿ ਪਾਰਟੀ ਜਿਹੜਾ ਦੂਜਾ ਧਿਰ ਬਣ ਗਈ ਆ, ਕਿਉਂਕਿ ਇਹਦੇ ਵਿੱਚ ਮੋਨੋਪੋਲੀ ਜਿਹੜੀ ਬੀਜੇਪੀ ਦੀ ਬਣੀ ਪਈ ਸੀ। ਬੀਜੇਪੀ ਬਹੁਮਤ 'ਚ ਹਰ ਵਾਰੀ ਜਿੱਤ ਜਾਂਦੀ ਆ। ਹੁਣ ਜਦ ਕਿ ਇਹ ਜੇ ਇਕੱਠੇ ਲੜਨਗੇ ਤਾਂ ਹੋ ਸਕਦਾ ਇਹ ਬਹੁਮਤ ਹਾਸਲ ਕਰ ਲੈਣ, ਤੇ ਜੇ ਵੱਖਰੇ ਵੱਖਰੇ ਲੜੇ ਤਾਂ ਔਖਾ ਹੋਊਗਾ। ਅਜੇ ਵੀ ਇਹਨਾਂ ਦੀਆਂ 16 ਸੂਬਿਆਂ 'ਚ ਸਰਕਾਰਾਂ ਹੈਗੀਆਂ, 29 ਸੂਬੇ ਆ ਹਿੰਦੁਸਤਾਨ ਦੇ, ਇਹਦੇ ਵਿੱਚੋਂ ਅੱਧਿਆਂ ਦੇ ਸੂਬਿਆਂ 'ਚ ਆਪੋਜੀਸ਼ਨ, ਬਾਕੀ ਸੂਬਿਆਂ ਦੀਆਂ ਜਿਹੜੀਆਂ ਆਪੋਜੀਸ਼ਨ ਉਹਨਾਂ ਦੀਆਂ ਸਰਕਾਰਾਂ ਹੈਗੀਆਂ। ਗੱਲ ਇਹੀ ਹੈ ਨਾ ਕਿ ਜਿਹੜੇ ਵਿਰੋਧੀ ਧਿਰ ਨੇ ਇਹਨਾਂ ਦੀ ਸਹਿਮਤੀ ਬਣੇ, ਆਪਸ 'ਚ ਨਾ ਲੜੀ ਜਾਣ, ਮੈਂ ਪ੍ਰਧਾਨ ਮੰਤਰੀ ਬਣੂੰਗਾ, ਉਹ ਕਹੇ ਮੈਂ ਪ੍ਰਧਾਨ ਮੰਤਰੀ ਬਣੂੰਗਾ, ਇਹੀ ਡਿਸਾਈਡ ਨਾ ਹੋਵੇ ਪ੍ਰਧਾਨ ਮੰਤਰੀ ਕੌਣ ਬਣੂੰਗਾ। ਮਤਲਬ ਇਹ ਹੈ ਕਿ ਨਰਿੰਦਰ ਮੋਦੀ ਜੋ ਸਾਡੇ ਪ੍ਰਧਾਨ ਮੰਤਰੀ ਇਸ ਵਕਤ ਹੈਗੇ ਨੇ, ਉਹਨਾਂ ਦਾ ਬਦਲ ਕੌਣ ਹੈ, ਉਹਨਾਂ ਦੀ ਥਾਂ ਤੇ ਕੌਣ ਆ ਸਕਦਾ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋਚਣਾ। ਕਿਹਨੂੰ ਐਕਸੈਪਟ ਕਰੇਗੀ ਜਨਤਾ। ਪਰ ਇਹ ਜਿਹੜਾ ਇਹ ਪਬਲਿਕ ਨੇ ਤਾਂ ਇਹਨਾਂ ਨੂੰ ਜਿਤਾਉਣਾ, ਪਰ ਉਦੋਂ ਬਾਅਦ ਇਹਨਾਂ ਨੇ ਡਿਸਾਈਡ ਕਰਨਾ ਕਿ ਸਾਡੇ ਚੋਂ ਜਿਹੜੇ ਵੀ ਬਣ ਗਏ, ਜਿੰਨੇ ਵੀ ਸੰਸਦ ਬਣ ਗਏ, ਉਹਨਾਂ ਚੋਂ ਕਿਹੜਾ ਪਾਰਟੀ ਦਾ ਮੋਹਰੀ, ਕਿਹੜਾ ਆਗੂ ਬਣੂਗਾ, ਉਹਨੂੰ ਅੱਗੇ ਲੈ ਕੇ ਜਾਣਾ ਪੈਣਾ। ਉਹ ਸਾਰਾ ਕੁਝ ਹੈਗਾ। ਜਿਸ ਤਰ੍ਹਾਂ ਤਰੀਕੇ ਨਾਲ ਇਹ ਹੁਣ ਗੱਲ ਕੀਤੀ ਹੈ, ਵੈਸੇ ਤਾਂ ਸਿਆਣੇ ਆ ਨਿਤਿਸ਼ ਕੁਮਾਰ ਜੀ, ਬੜੇ ਵਧੀਆ ਆਗੂ ਨੇ। ਉਹਨਾਂ ਨਾਲ ਜੇ ਗੱਲਬਾਤ ਇਹਨਾਂ ਦੀ ਮੰਨ ਲਈ ਤਾਂ ਹੋ ਸਕਦਾ ਇਹਦੇ ਵਿੱਚ ਨੈਸ਼ਨਲ ਪਾਰਟੀ ਕਾਂਗਰਸ ਆ, ਉਹਦੇ 'ਤੇ ਹੈਗਾ ਕਿ ਰਾਹੁਲ ਗਾਂਧੀ ਤਾਂ ਅੱਗੇ 2 ਵਾਰੀ ਨਹੀਂ ਬਣੇ, ਉਹਨਾਂ ਨੇ ਤੇ ਡਾਕਟਰ ਮਨਮੋਹਨ ਸਿੰਘ ਦਾ ਸਾਰਾ ਕੁਝ ਉਹਨਾਂ ਦੀ ਕਿਸਮਤ ਜਗਾਤੀ, ਉਹ ਆ ਗਏ ਔਰ ਉਹ ਬੜੇ ਸੂਝਵਾਨ ਨੇਤਾ ਸੀ। ਉਹਨਾਂ ਨੇ ਦੇਸ਼ ਨੂੰ ਚੰਗੇ ਤਰੀਕੇ ਨਾਲ ਸੰਭਾਲਿਆ। ਕਿਸੇ ਵੀ ਬੰਦੇ ਦੀ, ਕਿਸੇ ਵੀ ਨਾਗਰਿਕ ਦੀ ਉਹਨਾਂ 'ਤੇ ਇਸ ਤਰ੍ਹਾਂ ਦੀ ਕੋਈ ਆਲੋਚਨਾ ਨਹੀਂ ਹੋਈ ਕਿ ਜੋ ਕੁਝ ਕਰ ਗਏ ਆ। ਉਹ ਕਹਿੰਦੇ ਨੇ ਲੋਕ ਅੱਜ ਵੀ ਆ ਜਾਣਗੇ ਤਾਂ ਲੋਕ ਖੁਸ਼ ਨੇ ਇਸੇ ਤਰ੍ਹਾਂ ਤਰੀਕੇ ਨਾਲ। ਹੁਣ ਤਾਂ ਬਜ਼ੁਰਗ ਹੋ ਗਏ ਆ, ਪਰ ਫਿਰ ਵੀ ਜੇ ਅਮਰੀਕਾ ਦੇ ਬਾਈਡਨ ਸਾਹਿਬ 80 ਨੂੰ ਪਹੁੰਚ ਕੇ 80 ਤੋਂ ਵੀ 6 ਮਹੀਨੇ ਉੱਪਰ ਚਲੇ ਗਏ, ਤਾਂ ਹੀ ਉਹਨਾਂ ਨੂੰ ਇਹ ਸਾਰੇ ਤੋਹਫੇ ਦਿੱਤੇ ਆ ਮੋਦੀ ਸਾਹਿਬ ਨੇ। ਜਿਹੜਾ ਉਹਨਾਂ ਨੇ ਕੀਤਾ, ਜਿਹੜਾ ਚੰਦਨ ਦਾ ਬਾਕਸ ਦੇ ਵਿੱਚ ਬਣਾ ਕੇ ਦਿੱਤਾ, ਉਹਨਾਂ ਨੂੰ ਦਿੱਤਾ ਜਾਂਦਾ। 10 ਜਿਹੜੇ ਬਣਾ ਕੇ ਦਿੱਤੇ ਆ ਉਹਨਾਂ ਨੂੰ ਦਿੱਤੇ, ਜਿਹੜਾ 80 ਸਾਲ ਤੋਂ 6 ਮਹੀਨੇ ਉੱਪਰ ਜਾਂਦਾ, ਇਸੇ ਕਰਕੇ ਦਿੱਤਾ। ਤੇ ਜੇ ਆ ਸਕਦੇ ਆ ਡਾਕਟਰ ਮਨਮੋਹਨ ਸਿੰਘ ਦੀ, ਇੱਦਾਂ ਦੀ ਕੋਈ ਗੱਲ ਨਹੀਂ, ਪਰ ਸਾਡੀ ਤਾਂ ਨਹੀਂ ਕਿਸੇ ਨੇ ਮੰਨਣੀ ਤਾਂ ਆਪੋਜੀਸ਼ਨ ਦੀ ਆ। ਮੇਰੇ ਖਿਆਲ ਟਾਈਮ ਵੀ ਹੋਇਆ, ਹੁਣ ਟਾਈਮ ਹੋ ਚੱਲਿਆ ਜੀ, ਤੇ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਹੁਣ ਇਜਾਜ਼ਤ ਚਾਹਾਂਗੇ ਔਰ ਨਾਲ ਬਸ ਇੰਨੀ ਕੀ ਗੱਲ ਕਵਾਂਗੇ ਕਿ ਕੇਂਦਰ ਨੇ ਨਾ ਪੰਜਾਬ ਦੀ ਜਿਹੜੀ ਅਰਜ਼ੀ ਹੈ ਨਾਮਨਜ਼ੂਰ ਕਰ ਦਿੱਤੀ ਕਿ ਸਾਨੂੰ ਸੈਂਟਰਲ ਪੂਲ 'ਚੋਂ ਬਿਜਲੀ ਦੇਣ ਦੀ ਜਿਹੜੀ ਗੱਲ ਹੈ, ਹੁਣ ਸਾਨੂੰ ਸੈਂਟਰਲ ਪੂਲ 'ਚੋਂ ਬਿਜਲੀ ਨਹੀਂ ਮਿਲਣੀ ਔਰ ਬਿਜਲੀ ਸਸਤੀ ਵੀ ਹੈ, ਬਿਜਲੀ ਦੇ ਕੱਟ ਵੀ ਬਹੁਤ ਲੱਗਦੇ ਪਏ ਨੇ। ਹੁਣ ਪੰਜਾਬ ਵਾਸੀਆਂ ਨੂੰ ਆਪਸ 'ਚ ਮਿਲ ਕੇ ਹੀ ਆਪਣਾ ਇੰਤਜ਼ਾਮ ਕਰਨਾ। ਇਨਕਾਰ ਕਰਤਾ ਉਹਨਾਂ ਨੇ, ਤੇ ਨਹੀਂ ਉਹਨਾਂ ਨੇ ਇਨਕਾਰ ਕਰਤਾ ਕਿ ਅਸੀਂ ਨਹੀਂ ਦੇਵਾਂਗੇ। ਬਾਕੀ ਵੈਸੇ ਵੀ ਕੋਈ ਦਿੱਤਾ ਨਹੀਂ, ਪਹਿਲਾਂ ਫੰਡ ਜਿਹੜੇ ਰੋਕੇ ਪਏ ਆ,
ਪਹਿਲਾਂ ਵੀ ਜਿਹੜੇ ਉਹਨਾਂ ਤੇ ਫੰਡਾਂ ਤੇ ਰੋਕ ਲਾ ਲਈ ਆ, ਫੰਡ ਸਾਰਾ ਨੇ ਜਿਹੜੇ ਰੋਕ ਰਹੇ ਆ, ਤੇ ਤੀਜਾ ਇਹ ਜਿਹੜਾ ਬਿਜਲੀ ਦਾ ਵੀ ਰੋਕ ਰਿਹਾ। ਤੇ ਇਸ ਵੇਲੇ ਲੋਕ ਵਿਚਾਰੇ ਇੰਨੇ ਤਰਾਹੀ ਮੱਚੀ ਪਈ ਹੈ, ਗਰਮੀ ਜ਼ਿਆਦਾ ਇਸ ਵੇਲੇ, ਬਹੁਤ ਜ਼ਿਆਦਾ 40 ਡਿਗਰੀ ਤੋਂ ਉੱਪਰ ਟੈਂਪਰੇਚਰ ਚਲੇ ਗਿਆ। ਬਾਰਿਸ਼ ਅਜੇ ਹੋਈ ਨਹੀਂ, ਆਉਣ ਵਾਲੇ ਦਿਨਾਂ 'ਚ ਅਜੇ ਅੱਗੇ ਜਾ ਕੇ 24-25 ਦੇ ਨੇੜੇ ਬਾਰਿਸ਼ ਦਾ ਇਹ ਬਣ ਰਿਹਾ ਮਨਸੂਬਾ, ਬਾਰਿਸ਼ ਹੋ ਸਕਦੀ ਆ। ਜਿਹੜੀ ਪ੍ਰੀ ਮੌਨਸੂਨ ਤਾਂ ਆਈਆਂ ਨੇ, ਦੂਸਰੀਆਂ ਮੌਨਸੂਨ ਤਾਂ ਜੇ ਰਸਤੇ 'ਚ ਤੁਰੀਆਂ ਫਿਰਦੀਆਂ ਜੇ ਤਾਂ ਨਹੀਂ, ਪਰ ਪ੍ਰੀ ਮੌਨਸੂਨ ਤੋਂ ਪਹਿਲਾਂ ਬਾਰਿਸ਼ ਹੋ ਗਈ ਆ। ਇਹ ਰੱਬ ਦੇ ਰੰਗ ਆ, ਉੱਥੇ ਸਾਇੰਸ ਫੇਲ ਹੋਈ ਜਾਪਦੀ ਆ, ਵੈਦਰ ਰਿਪੋਰਟ ਕੁਝ ਹੋਰ ਹੈ, ਤੇ ਬਾਰਿਸ਼ ਬਹੁਤ ਹੋਈ ਆ। ਪਰ ਹੁਣ ਆਉਣ ਵਾਲੀ ਬਾਰਿਸ਼ ਜੇ ਹੁੰਦੀ ਆ, ਪਰ ਕੱਲ ਪਰਸੋਂ ਚੰਡੀਗੜ੍ਹ ਹੋ ਗਈ ਆ, ਪੰਜਾਬ ਦੇ ਕੁਝ ਏਰੀਆ 'ਚ ਹੋ ਗਈ ਆ, ਪਰ ਜਲੰਧਰ ਦੇ ਵਿੱਚ ਅਸੀਂ ਬੈਠੇ ਆ, ਇੱਥੇ ਇਸ ਵੇਲੇ ਗਰਮੀ ਪੂਰੇ ਜ਼ੋਰਾਂ ਤੇ ਆ, ਵੱਟ ਕੱਢ ਰਹੀ ਗਰਮੀ ਜੀ, ਵੱਟ ਕੱਢਦੀ ਪਈ ਹੈ। ਜੀ। ਤੇ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਸਾਂਝੇ ਕਰੋ ਕਿ ਵੱਟ ਸਿੱਧੇ ਕਿਵੇਂ ਹੋਣੇ ਨੇ, ਤੇ ਨਾਲ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ, ਚਲੋ ਬਲਕਾਰ ਜੀ, ਸਤਿ ਸ੍ਰੀ ਅਕਾਲ।